ਜਨੋ ਆਪਾਂ ਸਾਰੇ ਹੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਗੁਰੂ ਮਹਾਰਾਜ ਦੇ ਹਜ਼ੂਰ ਬੈਠ ਕੇ ਗੁਰ ਉਪਦੇਸ਼ ਨੂੰ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰ ਰਹਿਮਤ ਦੇ ਸਦਕਾ ਆਪਾਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਜਿਸ ਵਿੱਚ ਮਹਾਰਾਜ ਫਰਮਾਉਂਦੇ ਹਨ ਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸਾਰਾ ਕੁਛ ਹੀ ਭੈ ਦੇ ਵਿੱਚ ਹੈ। ਅੱਗ, ਪਾਣੀ, ਹਵਾ ਉਸ ਵਾਹਿਗੁਰੂ ਦੇ ਹੁਕਮ ਅਨੁਸਾਰ, ਉਸ ਵਾਹਿਗੁਰੂ ਦੇ ਭਾਣੇ ਅਨੁਸਾਰ ਹੈ ਕਿ ਜੋ ਵੀ ਕਰਦਾ ਹੈ, ਜੋ ਵੀ ਹੋ ਰਿਹਾ ਹੈ, ਉਸ ਪਿੱਛੇ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਹੱਥ ਹੈ। ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਉਸ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਆਪਣੀ ਤਾਕਤ ਟਿਕਾਈ ਹੈ, ਜਿਸ ਕਰਕੇ ਜੋ ਪਸਾਰਾ ਪਸਰਿਆ, ਜੋ ਕੁਦਰਤ ਬਣੀ ਸਾਜੀ, ਉਹ ਸਾਰਾ ਕੁਝ ਆਪਣੇ ਆਪ ਨਿਰੰਤਰ ਆਪਣੇ ਆਪ ਦੇ ਵਿੱਚ ਹੋ ਰਿਹਾ ਹੈ। ਜੇ ਅਸੀਂ ਇਸ ਗੱਲ ਨੂੰ ਸਮਝਣਾ ਹੋਵੇ ਤੇ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਜੇ ਅਸੀਂ ਰੋਜ਼ਾਨਾ ਨਿਤਨੇਮ ਕਰਦੇ ਹਾਂ ਤੇ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ। ਜੇ ਕਿਧਰੇ ਸਾਨੂੰ ਕੋਈ ਮਨ ਦਾ ਭੁਲੇਖਾ ਕੱਢਣਾ ਹੋਵੇ ਤਾਂ ਸਾਨੂੰ ਇੱਕ ਵਾਰ ਜਪਜੀ ਸਾਹਿਬ ਜ਼ਰੂਰ ਪੜ੍ਹ ਕੇ ਵੇਖ ਲੈਣਾ ਚਾਹੀਦਾ ਵੀ ਕੋਈ ਕਾਰਨ ਹੈ, ਕੋਈ ਗੱਲ ਹੈ ਜਾਂ ਕੋਈ ਸ਼ਕਤੀ ਹੈ ਜਿਹੜੀ ਇਸ ਸਾਰੇ ਪਸਾਰੇ ਨੂੰ ਪਸਾਰ ਰਹੀ ਹੈ। ਕੋਈ ਤਾਂ ਹੋਵੇਗਾ ਜਿਹੜਾ ਇਸ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਕੋਈ ਤਾਂ ਕੁਦਰਤ ਦਾ ਨਿਯਮ ਬਣਾਇਆ, ਕਿਸ ਨੇ ਬਣਾਇਆ, ਇਹ ਮਰਿਆਦਾ ਕਿਸ ਨੇ ਬਣਾਈ, ਕੋਈ ਤਾਂ ਹੋਏਗਾ ਨਾ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਫਿਰ ਦੱਸਦੇ ਹਨ ਕਿ ਇਸ ਸਾਰੇ ਪਸਾਰੇ ਨੂੰ ਪਸਾਰਨ ਵਾਲਾ ਇੱਕੋ ਅਕਾਲ ਪੁਰਖ ਪਰਮਾਤਮਾ ਹੈ, ਤੇ ਜਿਹੜਾ ਸਾਰੇ ਸੰਸਾਰ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਹੈ। ਤੇ ਜੇ ਕੋਈ ਮਨੁੱਖ ਆਖੇ ਵੀ ਮੈਂ ਤਾਂ ਹੁਕਮ ਦੇ ਵਿੱਚ ਨਹੀਂ ਹਾਂ, ਮੇਰੇ ਉੱਪਰ ਹੁਕਮ ਨਹੀਂ ਟੁਕਦਾ, ਮੈਂ ਤਾਂ ਆਪਣੀ ਮਰਜ਼ੀ ਅਨੁਸਾਰ ਕਰਮ ਕਰਦਾ ਹਾਂ, ਆਪਣੀ ਮਰਜ਼ੀ ਅਨੁਸਾਰ ਜਿਉਣਾ ਵਾਂ, ਆਪਣੀ ਮਰਜ਼ੀ ਦੇ ਅਨੁਸਾਰ ਚੱਲਦਾ ਹਾਂ, ਬੈਠਦਾ ਫਿਰਦਾ ਹਾਂ, ਪਰ ਫਿਰ ਵੀ ਕਿਧਰੇ ਨਾ ਕਿਧਰੇ ਇੱਕ ਨਾ ਇੱਕ ਦਿਨ ਹੁਕਮ ਉਹਦੇ ਤੇ ਵੀ ਲਾਗੂ ਹੁੰਦਾ ਹੈ। ਜੇ ਅਸੀਂ ਆਖੀਏ ਵੀ ਸਾਡੇ ਉੱਪਰ ਹੁਕਮ ਲਾਗੂ ਨਹੀਂ ਹੁੰਦਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਾਰਾ ਕੁਝ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਹੁਕਮ ਦੇ ਵਿੱਚ ਹੈ ਜੋ ਕੁਝ ਹੋ ਰਿਹਾ ਹੈ। ਜੇ ਅਸੀਂ ਆਖੀਏ ਕਿ ਹੁਕਮ ਸਾਡੇ ਉੱਪਰ ਨਹੀਂ ਟੁਕਦਾ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ, ਪਰ ਗੁਰਬਾਣੀ ਕਹਿੰਦੀ ਹੈ ਔਦ ਕਟੈ ਦਿਨ ਸਰੈ ਨਾਰੇ। ਤੇਰੀ ਉਮਰ ਜਿਹੜੀ ਹੈ ਦਿਨ ਰਹਿਣ ਕਰਕੇ ਘਟ ਰਹੀ ਹੈ। ਅਸੀਂ ਥੋੜਾ ਚਾਹੁੰਦੇ ਹਾਂ ਵੀ ਸਾਡੀ ਉਮਰ ਘਟੇ, ਨਹੀਂ ਨਾ ਮੰਨਦੇ ਆਪਾਂ ਵੀ ਸਾਡੀ ਉਮਰ ਦੇ ਸਵਾਸ, ਸਾਡੀ ਉਮਰ ਦੇ ਸਾਲ ਘਟਦੇ ਜਾਣ, ਪਰ ਘਟ ਰਹੇ ਨੇ। ਇਹਦਾ ਮਤਲਬ ਅਸੀਂ ਚਾਹ ਕੇ ਵੀ ਆਪਣਾ ਜ਼ੋਰ, ਆਪਣੀ ਤਾਕਤ ਲਾ ਕੇ ਵੀ ਇਹ ਗੱਲ ਕਹਿ ਤਾਂ ਸਕਦੇ ਹਾਂ ਵੀ ਸਾਡੇ ਉੱਪਰ ਹੁਕਮ ਨਹੀਂ ਚੱਲਦਾ, ਸਾਡਾ ਬੈਠਣਾ ਸਾਡੀ ਮਰਜ਼ੀ ਅਨੁਸਾਰ ਹੈ, ਸਾਡਾ ਚੱਲਣਾ ਸਾਡੀ ਮਰਜ਼ੀ ਅਨੁਸਾਰ ਹੈ, ਪਰ ਜਿਹੜੇ ਸਾਡੇ ਸਵਾਸ ਨੇ ਉਹ ਸਾਡੀ ਮਰਜ਼ੀ ਅਨੁਸਾਰ ਨਹੀਂ ਹਨ। ਉਹ ਸਾਡੀ ਮਰਜ਼ੀ ਅਨੁਸਾਰ ਨਹੀਂ ਚੱਲਦੇ, ਉਹ ਨਿਰੰਤਰ ਚੱਲਦੇ ਜਾ ਰਹੇ ਨੇ ਤੇ ਘਟ ਰਹੇ ਨੇ। ਤੇ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਸਮਝਾਉਂਦੇ ਨੇ ਕਿ ਭਾਵੇਂ ਤੂੰ ਮੁਨਕਰ ਹੋ ਰਿਹਾ ਹੈ ਕਿ ਮੇਰੇ ਉੱਤੇ ਅਕਾਲ ਪੁਰਖ ਪਰਮਾਤਮਾ ਜੀ ਦਾ ਹੁਕਮ ਨਹੀਂ ਹੈ, ਪਰ ਗੁਰਬਾਣੀ ਨੇ ਫਿਰ ਸਪਸ਼ਟ ਕਰ ਦਿੱਤਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਜੀ ਕਹਿੰਦੇ ਹਨ, ਬਾਲ ਜਵਾਨੀ ਅਰ ਬਿਰਧ ਫੁਨ। ਹਜੇ ਵੀ ਨਹੀਂ ਮੰਨਦਾ, ਪਹਿਲਾਂ ਤੂੰ ਬਾਲਪਨ ਸੀ, ਬਚਪਨ ਸੀ ਤੇਰੇ ਉੱਪਰ, ਫਿਰ ਤੂੰ ਜਵਾਨੀ ਦੇ ਵਿੱਚ ਆਇਆ,
ਸੋ ਜਵਾਨੀ ਵੀ ਬਹੁਤਾ ਟਾਈਮ ਰੁਕਣ ਵਾਲੀ ਨਹੀਂ ਹੈ, ਇਹਦੀ ਵੀ ਕੋਈ ਮਨਿਆਦ ਹੈ, ਕੋਈ ਸਮਾਂ ਹੈ। ਕੁਝ ਸਮੇਂ ਬਾਅਦ ਇਹ ਵੀ ਢਲ ਜਾਣਾ ਤੇ ਬੁਢੇਪਾ ਆ ਜਾਣਾ, ਬਜ਼ੁਰਗੀ ਅਵਸਥਾ ਆ ਜਾਣੀ ਹੈ। ਫਿਰ ਵੀ ਨਹੀਂ ਮੰਨੇਗਾ ਕਿ ਪਰਮਾਤਮਾ ਜੀ ਦਾ ਹੁਕਮ ਮੇਰੇ ਉੱਪਰ ਲਾਗੂ ਹੁੰਦਾ ਹੈ। ਮੈਂ ਨਹੀਂ ਮੰਨਦਾ, ਮੇਰਾ ਬੈਠਣਾ ਉੱਠਣਾ ਸਭ ਮੇਰੀ ਮਰਜ਼ੀ ਅਨੁਸਾਰ ਹੈ। ਸਤਿਗੁਰੂ ਜੀ ਕਹਿੰਦੇ ਕੋਈ ਨਹੀਂ, ਅਜੇ ਵੀ ਸਮਾਂ ਹੈ, ਅਜੇ ਵੀ ਤੂੰ ਮੰਨ ਜਾਏਗਾ ਕਿ ਇਹ ਜੋ ਕੁਝ ਕਰ ਰਿਹਾ ਹੈ ਉਹ ਪਰਮਾਤਮਾ ਹੀ ਕਰਦਾ ਪਿਆ ਹੈ। ਜੋ ਕੁਝ ਕਰਦਾ ਹੈ ਉਹ ਪਰਮਾਤਮਾ ਹੀ ਕਰਦਾ ਹੈ। ਪਰ ਜਵਾਨੀ ਵੇਲੇ ਹੁਕਮ ਨਾ ਮੰਨਿਆ, ਬਜ਼ੁਰਗੀ ਅਵਸਥਾ ਉੱਪਰ ਬੰਦਾ ਪਹੁੰਚ ਗਿਆ। ਤੇ ਕਈ ਵਾਰੀ ਐਵੇਂ ਹੁੰਦਾ ਹੈ ਕਿ ਜਦੋਂ ਸਰੀਰ ਬਜ਼ੁਰਗ ਹੋ ਜਾਵੇ ਉਦੋਂ ਰੋਗ ਵੀ ਸਰੀਰ ਨੂੰ, ਦੇਹੀ ਨੂੰ ਬਹੁਤ ਆਣ ਕੇ ਗ੍ਰਸ ਲੈਂਦੇ ਨੇ, ਲੱਗ ਜਾਂਦੇ ਨੇ। ਸੋ ਜਦੋਂ ਅਸੀਂ ਸਰੀਰ ਰੋਗੀ ਹੋ ਜਾਂਦਾ ਹੈ, ਅਵਸਥਾ ਬਜ਼ੁਰਗ ਹੋ ਜਾਂਦੀ ਹੈ, ਉਸ ਸਮੇਂ ਦੇ ਵਿੱਚ ਜਦੋਂ ਮਨੁੱਖ ਆਪਣੀ ਸਰੀਰਕ ਕਿਰਿਆ ਨਹੀਂ ਕਰ ਸਕਦਾ, ਉੱਠਣਾ ਬੈਠਣਾ ਸਮਰੱਥ ਹੈ, ਉਹਦੇ ਤੋਂ ਚੱਲ ਨਹੀਂ ਹੋ ਰਿਹਾ, ਬੈਠਿਆ ਨਹੀਂ, ਸਰੀਰਕ ਕਿਰਿਆ ਨਹੀਂ ਹੋ ਰਹੀ, ਤੇ ਬੱਚੇ ਘਿਰਣਾ ਕਰਦੇ ਨੇ, ਪੁੱਤਰ ਪੋਤਰੇ ਘਿਰਣਾ ਕਰਦੇ ਨੇ, ਤਦੋਂ ਫਿਰ ਕਈ ਵਾਰੀ ਇਹ ਰਸਨਾ, ਇਹ ਜ਼ੁਬਾਨ ਮੁਖ ਦੇ ਵਿੱਚੋਂ ਆਪ ਹੀ ਮੁਹਾਰੇ ਬੋਲ ਪੈਂਦੀ ਹੈ ਕਿ ਸ਼ਾਇਦ ਹੋਰ ਸੰਸਾਰ ਦੇ ਬਾਕੀ ਜੀਵ ਤਾਂ ਸੰਸਾਰ ਦੇ ਵਿੱਚੋਂ ਆਪਣੀ ਉਮਰ ਭੋਗ ਕੇ ਜਾ ਰਹੇ ਨੇ, ਮੇਰੇ ਵਰੀ ਪਰਮਾਤਮਾ ਮੈਨੂੰ ਭੁੱਲ ਹੀ ਗਿਆ, ਮੈਨੂੰ ਭੁੱਲ ਹੀ ਗਿਆ ਕਿ ਮੈਨੂੰ ਇਸ ਨਰਕ ਵਰਗੀ ਭਿਆਨਕ ਜ਼ਿੰਦਗੀ ਦਿੱਤੀ ਕਿ ਮੇਰੇ ਤੋਂ ਕਿਰਿਆ ਨਹੀਂ ਹੋ ਰਹੀ, ਮੇਰੇ ਤੋਂ ਆਪਣਾ ਸਰੀਰ ਸਾਫ਼ ਨਹੀਂ ਹੋ ਰਿਹਾ, ਤੇ ਮੈਂ ਇਸ ਜ਼ਿੰਦਗੀ ਤੋਂ, ਇਸ ਅਵਸਥਾ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਤਦੋਂ ਫਿਰ ਕਿਧਰੇ ਨਾ ਕਿਧਰੇ ਬੰਦਾ ਇੱਕ ਵਾਰੀ ਅਰਦਾਸ ਤਾਂ ਜ਼ਰੂਰ ਕਰਦਾ ਹੈ ਕਿ ਕਿੰਨਾ ਚੰਗਾ ਹੋਵੇ ਜੇ ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਵੇ। ਤਾਂ ਜਿੰਨੀ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ, ਜਿੰਨੀ ਮਰਜ਼ੀ ਅਸੀਂ ਇਹ ਆਪਣੇ ਅੰਦਰ ਨਾਸਤਿਕ ਬਿਰਤੀ ਪੈਦਾ ਕਰੀਏ, ਨਹੀਂ ਮੈਂ ਹੁਕਮ ਦੇ ਵਿੱਚ ਨਹੀਂ ਚੱਲਦਾ, ਹੁਕਮ ਪਰਮਾਤਮਾ ਜੀ ਦਾ ਮੇਰੇ ਉੱਪਰ ਨਹੀਂ ਚੱਲਦਾ, ਪਰ ਕਿਧਰੇ ਨਾ ਕਿਧਰੇ ਰੱਬ ਆਪਣੀ ਗੱਲ ਸਾਡੇ ਤੋਂ ਮਨਵਾ ਕੇ ਛੱਡੇਗਾ। ਕਿਉਂ? ਜੇ ਸਾਰਾ ਕੁਝ ਪਰਮਾਤਮਾ ਸਾਨੂੰ ਇਹ ਆਪ ਕਰਦਾ ਪਿਆ ਹੈ, ਸਾਡੇ ਇਸ ਸਰੀਰ ਨੂੰ ਕਮਜ਼ੋਰ ਆਪ ਕਰਦਾ ਪਿਆ ਵੀ ਮੇਰੀ ਗੱਲ ਨੂੰ ਮੰਨੇ, ਫਿਰ ਤਾਂ ਉਹ ਪਰਮਾਤਮਾ ਸਾਡੇ ਨਾਲ ਧੋਖਾ ਕਰਦਾ ਹੈ। ਕਿਉਂਕਿ ਜੇ ਜ਼ੋਰ ਜ਼ਬਰਦਸਤੀ ਦੇ ਨਾਲ ਪਰਮਾਤਮਾ ਸਾਡੇ ਤੋਂ ਨਾਮ ਜਪਾ ਲੈਂਦਾ ਹੈ ਤੇ ਫਿਰ ਉਸ ਪਰਮਾਤਮਾ ਜੀ ਦੀ ਇਹਦੇ ਵਿੱਚ ਕੋਈ ਬਹੁਤੀ ਵਡਿਆਈ ਨਹੀਂ ਹੈਗੀ। ਕਿਉਂਕਿ ਸੰਸਾਰ ਦੇ ਜੀਵ ਵੀ ਇਸ ਤਰ੍ਹਾਂ ਦੇ ਨੇ, ਉਹ ਬਹੁਤ ਜ਼ਿਆਦਾ ਜ਼ਬਰ ਕਰਕੇ ਡੰਡੇ ਦੇ ਨਾਲ, ਹਥਿਆਰ ਦੇ ਨਾਲ, ਸ਼ਸਤਰ ਦੇ ਨਾਲ, ਜਿਵੇਂ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਹੁੰਦਾ ਸੀ, ਉਹ ਕਹਿੰਦਾ ਸੀ ਮੁਸਲਮਾਨ ਬਣ ਜਾਵੋ, ਆਪਣਾ ਧਰਮ ਛੱਡ ਦਿਓ, ਬਹੁਤੇ ਲੋਕਾਂ ਨੇ ਛੱਡ ਦਿੱਤਾ। ਪਰ ਜਿਹੜਾ ਧਾਰਮਿਕ ਅੰਦਰੋਂ ਪਿਆਰ ਬਣਨਾ ਹੈ, ਜਿਹੜਾ ਧਾਰਮਿਕ ਅੰਦਰੋਂ ਲਿਵ ਜੁੜਨੀ ਹੈ, ਉਹ ਨਹੀਂ ਬਣ ਪਾਉਂਦੀ। ਬਾਹਰੋਂ ਭੇਖ ਤਾਂ ਭਾਵੇਂ ਕਿਸੇ ਨੇ ਆਪਣਾ ਦੂਜੇ ਧਰਮ ਦਾ ਅਪਣਾ ਲਿਆ ਹੋਵੇ, ਪਰ ਅੰਦਰੋਂ ਪ੍ਰੀਤ ਨਹੀਂ ਬਣ ਪਾਉਂਦੀ। ਇਵੇਂ ਹੀ ਜੇ ਪਰਮਾਤਮਾ ਸਾਨੂੰ ਆਪ ਸਾਡੇ ਸਰੀਰ ਨੂੰ ਦੁੱਖ ਦੇ ਕੇ, ਸਾਡੇ ਸਰੀਰ ਨੂੰ ਕਮਜ਼ੋਰ ਕਰਕੇ ਉਹ ਆਪਣਾ ਨਾਮ ਜਪਾਉਂਦਾ ਹੈ, ਤੇ ਫਿਰ ਉਹ ਪਰਮਾਤਮਾ ਦੀ ਇਹਦੇ ਵਿੱਚ ਵਡਿਆਈ ਨਹੀਂ ਹੈ। ਅਸਲ ਦੇ ਵਿੱਚ ਸਾਡੇ ਆਪਣੇ ਕਾਰਨ ਹੀ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਵਿੱਚੋਂ ਇਉਂ ਲੱਗਦਾ ਹੈ ਕਿ ਸ਼ਾਇਦ ਮੇਰੇ ਲਈ ਹੀ ਸਾਰੇ ਦੁੱਖ ਲਿਖੇ ਨੇ, ਮੇਰੇ ਵਾਸਤੇ ਹੀ ਸਾਰੇ ਦੁੱਖ ਲਿਖੇ ਨੇ। ਪਰ ਮਹਾਰਾਜ ਕਹਿੰਦੇ ਨੇ ਕਈ ਵਾਰੀ ਇਹੋ ਜਿਹਾ ਵੀ ਕਾਰਨ ਬਣਦਾ ਹੈ, ਹੋ ਤਾਂ ਸਾਰਾ ਕੁਝ ਆਪਣੇ ਆਪ ਹੀ ਰਿਹਾ ਹੈ, ਪਰ ਕੁਝ ਕੁ ਕਾਰਜ ਅਜਿਹੇ ਅਸੀਂ ਕਰ ਬੈਠਦੇ ਹਾਂ ਜਿਹਨੂੰ ਗੁਰਬਾਣੀ ਨੇ ਕਿਹਾ ਆਪੇ ਬੀਜ ਆਪੇ ਹੀ ਖਾਓ। ਆਪੇ ਬੀਜ ਕੇ ਆਪ ਤੈਨੂੰ ਉਸ ਦਾ ਜੋ ਬੀਜੇਗਾ ਉਸ ਨੂੰ ਖਾਣਾ ਪੈਣਾ ਹੈ। ਹੁਣ ਸਤਿਗੁਰੂ ਜੀ ਨੇ ਇੱਥੇ ਸਾਨੂੰ ਸਮਝਾਇਆ, ਜੇ ਖਾਣਾ ਪੈਣਾ ਹੈ ਤੇ ਕਈ ਵਾਰੀ ਅਸੀਂ ਜਦੋਂ ਆਪਣੀ ਜੋਬਨ ਰੁੱਤੇ ਹੁੰਦੇ ਆ ਤੇ ਸਾਡਾ ਦਿਮਾਗ ਜਿਹੜਾ ਹੈ, ਸਾਡੀ ਸੁਰਤ ਜਿਹੜੀ ਹੈ, ਉਹ ਬਹੁਤਾ ਸੋਚਦੀ ਨਹੀਂ। ਸਾਡੇ ਅੰਦਰ ਦੀ ਸਰੀਰ ਦੀ ਤਾਕਤ, ਸਾਡੇ ਅੰਦਰ ਦਾ ਚੰਚਲਤਾਪਨ ਇੰਨਾ ਜ਼ਿਆਦਾ ਸਾਡੇ ਸਰੀਰ ਉੱਪਰ ਭਾਰ ਪਾ ਲੈਂਦਾ ਹੈ ਕਿ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਅਸਰ ਕੀ ਹੋਏਗਾ, ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕਾਰਨ ਕੀ ਬਣੇਗਾ।
ਇਸ ਕਰਕੇ ਚੰਚਲਤਾ ਵੇਲੇ, ਜਵਾਨੀ ਵੇਲੇ ਸਾਡਾ ਜੋ ਕੁਝ ਬੀਜਿਆ ਹੋਇਆ ਜਦੋਂ ਸਾਨੂੰ ਅੰਤ ਸਮੇਂ ਵੱਢਣਾ ਪੈਂਦਾ ਹੈ, ਤੇ ਫਿਰ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਉਲਾਮਾ ਦਿੰਦੇ ਹਾਂ ਕਿ ਜੋ ਦੁੱਖ ਨੇ ਉਹ ਸਾਰੇ ਮੇਰੇ ਉੱਪਰ ਪਰਮਾਤਮਾ ਨੇ ਰੱਖ ਦਿੱਤੇ ਨੇ, ਜੋ ਦੁੱਖ ਨੇ ਸਾਰੇ ਪਰਮਾਤਮਾ ਨੇ ਮੈਨੂੰ ਦੇ ਛੱਡੇ ਨੇ। ਇਹ ਉਦੋਂ ਹੀ ਕਦੀ ਤੁਸੀਂ ਬੱਚੇ ਨੂੰ ਨਹੀਂ ਸੁਣਿਆ ਹੋਏਗਾ ਇਸ ਤਰ੍ਹਾਂ ਕਹਿੰਦੇ ਹੋਇਆ। ਬਹੁਤ ਘੱਟ ਨੌਜਵਾਨ ਹੋਣਗੇ ਜਿਹੜੇ ਇਸ ਤਰ੍ਹਾਂ ਦਾ ਗਿਲਾ ਕਰਦੇ ਹੋਣਗੇ। ਬਹੁਤੇ ਬਜ਼ੁਰਗ ਅਵਸਥਾ ਦੇ ਵਿੱਚ ਪਹੁੰਚ ਕੇ ਇਹ ਕਹਿੰਦੇ ਨੇ, ਜਿਉਂ ਜੰਮਿਆ ਮੈਨੂੰ ਤਾਂ ਦੁੱਖ ਹੀ ਮਿਲੇ ਨੇ, ਮੇਰੇ ਅੰਦਰ ਤਾਂ ਦੁੱਖ ਹੀ ਰੱਬ ਜੀ ਨੇ ਲਿਖ ਦਿੱਤੇ ਨੇ। ਇਹਦਾ ਕਾਰਨ ਜਦੋਂ ਅਸੀਂ ਉਸ ਅਵਸਥਾ ਦੇ ਵਿੱਚ ਸੀ, ਚੰਚਲ ਅਵਸਥਾ ਦੇ ਵਿੱਚ, ਉਦੋਂ ਸਾਡੇ ਸਰੀਰ ਦੀ ਤਾਕਤ ਨੇ ਮਹਿਸੂਸ ਨਹੀਂ ਹੋਣ ਦਿੱਤਾ। ਪਰ ਜਦੋਂ ਸਰੀਰ ਦੀ ਤਾਕਤ ਖਤਮ ਹੋ ਗਈ ਤੇ ਸਾਨੂੰ ਦੂਜੇ ਦੇ ਹੱਥ ਵੱਲ ਵੇਖਣਾ ਪੈ ਗਿਆ, ਤਦੋਂ ਫਿਰ ਸਾਨੂੰ ਇਹ ਚੇਤਾ ਆਇਆ। ਇਸ ਕਰਕੇ ਮਹਾਰਾਜ ਜਿਹੜਾ ਸਾਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੱਜ ਦੀ ਜੋ ਅਸ਼ਟਪਦੀ ਹੈ, 11ਵੀਂ ਅਸ਼ਟਪਦੀ ਦਾ ਇਹ ਪਹਿਲਾ ਪਦਾ ਹੈ ਔਰ 276 ਅੰਗ ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ। ਉਹ ਇੰਨੀ ਸਮਰੱਥਾ ਰੱਖਣ ਵਾਲਾ ਹੈ ਕਿ ਜੋ ਕੁਝ ਕਰ ਰਿਹਾ ਹੈ ਉਹ ਪ੍ਰਮਾਤਮਾ ਹੀ ਕਰ ਰਿਹਾ ਹੈ। ਜੋ ਕੁਝ ਹੋ ਰਿਹਾ ਹੈ ਉਸ ਪ੍ਰਮਾਤਮਾ ਜੀ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਜੇ ਅਸੀਂ ਕਹੀਏ ਨਹੀਂ ਇਹ ਤਾਂ ਸਾਡੀ ਆਪਣੀ ਮਰਜ਼ੀ ਹੈ, ਸਾਡੀ ਆਪਣੀ ਮਤ ਹੈ, ਸਾਡਾ ਆਪਣਾ ਜੋ ਹੈ ਕਰਮ ਹੈ ਜਿਹੜੇ ਅਸੀਂ ਕਰਦੇ ਹਾਂ ਉਹਨਾਂ ਅਨੁਸਾਰ, ਪਰ ਰੱਬ ਜੀ ਕਹਿੰਦੇ ਨੇ ਜਿਹੜਾ ਤੇਰਾ ਜਨਮ ਜਿਹੜਾ ਹੈ ਨਾ ਉਹ ਵੀ ਪ੍ਰਮਾਤਮਾ ਜੀ ਦੇ ਹੁਕਮ ਅਨੁਸਾਰ ਹੀ ਹੈ। ਮੈਂ ਤਾਂ ਹੀ ਸ਼ੁਰੂ 'ਚ ਬੇਨਤੀ ਕੀਤੀ ਸੀ, ਜਦੋਂ ਬੰਦਾ ਨਿਤਨੇਮ ਕਰਦਾ ਨਾ ਉਹਦੇ ਵਿੱਚ ਹਰੇਕ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ਜੇ ਅਸੀਂ ਆਖੀਏ ਕਿ ਇਹ ਕਿਵੇਂ ਹੋ ਸਕਦਾ ਹੈ, ਤੇ ਗੁਰਬਾਣੀ ਨੇ ਇਹ ਗੱਲ ਵੀ ਸਪਸ਼ਟ ਕੀਤੀ ਹੈ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਹੁਣ ਇਸ ਗੱਲ ਤੋਂ ਅਸੀਂ ਮੁੱਕਰ ਥੋੜੀ ਸਕਦੇ ਹਾਂ, ਕਿਉਂਕਿ ਜੇ ਮੁੱਕਰਾਂਗੇ ਤੇ ਸਾਨੂੰ ਕਦੇ ਨਾ ਕਦੇ ਇਹ ਗੱਲ ਮੰਨਣੀ ਪਵੇਗੀ, ਕਿਧਰੇ ਨਾ ਕਿਧਰੇ ਸਾਨੂੰ ਇਹ ਗੱਲਾਂ ਮੰਨਣੀਆਂ ਪੈਣਗੀਆਂ। ਜਾਂ ਤਿਸ ਭਾਣਾ, ਜਦੋਂ ਪਰਮਾਤਮਾ ਜੀ ਦਾ ਭਾਣਾ ਵਰਤਿਆ। ਭਾਣਾ ਹਮੇਸ਼ਾ ਅਸੀਂ ਮੌਤ ਨਾਲ ਜੋੜਦੇ ਹਾਂ ਕਿ ਭਾਣਾ ਵਾਪਰ ਗਿਆ, ਕਿਉਂਕਿ ਅਸੀਂ ਸੰਸਾਰੀ ਜੀਵ ਹਾਂ। ਕੋਈ ਵੀ ਬੁਰਾ ਕਰਮ ਹੁੰਦਾ ਹੈ ਤੇ ਉਸ ਬੁਰੇ ਕਰਮ ਪਿੱਛੇ ਪਰਮਾਤਮਾ ਨੂੰ ਜੋੜ ਦਿੰਦੇ ਆ। ਕੋਈ ਵੀ ਕਰਮ ਹੋਵੇ ਮਾੜਾ, ਜੇ ਕੋਈ ਦੇ ਵਿੱਚ ਦੁਰਘਟਨਾ ਖਤਮ ਹੋ, ਅਸੀਂ ਤਦੋਂ ਵੀ ਪਰਮਾਤਮਾ ਦੀ ਕਿਰਪਾ ਗਿਣਦੇ ਆ। ਜੇ ਕੋਈ ਘਰ ਦੇ ਵਿੱਚ ਉਮਰ ਤੋਂ ਪਹਿਲਾਂ ਚਲਾ ਗਿਆ ਤਾਂ ਵੀ ਅਸੀਂ ਪਰਮਾਤਮਾ ਜੀ ਦੀ ਕਿਰਪਾ ਹੀ ਗਿਣਦੇ ਆ। ਪਰ ਜਦੋਂ ਅਸੀਂ ਘਰ ਦੇ ਵਿੱਚ ਕੋਈ ਵਿਆਹ ਕਾਰਜ ਰੱਖਦੇ ਆ, ਕੋਈ ਹੋਰ ਖੁਸ਼ੀ ਦਾ ਕਾਰਜ ਕਰਦੇ ਆ, ਅਸੀਂ ਸਮਝ ਲੈਨੇ ਆ ਕਿ ਜੋ ਖੁਸ਼ੀ ਕਰਦੇ ਆ, ਜੋ ਖੁਸ਼ੀ ਦਾ ਕਾਰਜ ਕਰਦੇ ਆ ਉਹ ਅਸੀਂ ਕਰਦੇ ਆ, ਜਿਹੜਾ ਵਿਘਨ ਪਾਉਂਦਾ ਹੈ ਉਹ ਪਰਮਾਤਮਾ ਪਾਉਂਦਾ ਹੈ, ਜੋ ਬੁਰੇ ਕਰਮ ਕਰਦਾ ਹੈ ਉਹ ਪਰਮਾਤਮਾ ਕਰਦਾ ਹੈ। ਇਸ ਕਰਕੇ ਅਸੀਂ ਬੁਰਾ ਪਰਮਾਤਮਾ ਨੂੰ ਕਹਿੰਦੇ ਆ, ਪਰ ਗੁਰਬਾਣੀ ਜਿਹੜੀ ਹੈ ਉਹ ਮਨੁੱਖ ਨੂੰ ਬੁਰਾ ਕਹਿੰਦੀ ਹੈ। ਕਿਉਂ? ਕਿਉਂਕਿ ਬੁਰੇ ਕਾਮ ਕੋ ਊਠ ਖਲੋਇਆ। ਹੁਣ ਬੁਰੇ ਕੰਮ ਨੂੰ ਉੱਠ ਕੇ ਖਲੋਤਾ। ਬੁਰਾ ਕੰਮ ਕਿਹਨੇ ਕੀਤਾ? ਬੰਦੇ ਨੇ। ਨਾਮ ਕੀ ਬੇਲਾ ਪੈ ਪੈ ਸੋਇਆ। ਸੋ ਨਾਮ ਦੀ ਵੇਲੇ, ਨਾਮ ਜਪਣ ਵੇਲੇ ਬੰਦਾ ਸੌਂ ਗਿਆ, ਪੈ ਪੈ ਸੋਇਆ ਭਾਵ ਕਿ ਲੰਮੇ ਪਿਆ, ਉੱਠਿਆ ਨਾ ਗਿਆ ਇਹਦੇ ਤੋਂ। ਬੁਰਾ ਕੰਮ ਇਸਨੇ ਕੀਤਾ। ਪਰ ਜਦੋਂ ਪਰਮਾਤਮਾ ਦੀ ਗੱਲ ਆਈ ਤੇ ਗੁਰਬਾਣੀ ਨੇ ਇੱਕ ਗੱਲ ਬਿਲਕੁਲ ਸਪਸ਼ਟ ਤੌਰ ਤੇ ਕੀਤੀ, ਬਿਲਕੁਲ ਸਾਫ਼ ਤੌਰ ਤੇ ਕੀਤੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ, ਹੁਣ ਪ੍ਰੇਮ ਦੀ ਭਾਸ਼ਾ ਗਲਤ ਤਾਂ ਨਹੀਂ ਨਾ ਹੋ ਸਕਦੀ, ਭਾਵੇਂ ਕਿਧਰੇ ਵੀ ਲੈ ਲਿਓ। ਜਦੋਂ ਵੀ ਕੋਈ ਪ੍ਰੇਮ ਕਰਦਾ ਹੈ ਉਦੋਂ ਸੰਸਾਰ ਦੇ ਕੋਈ ਮਾਤਾ ਪਿਤਾ ਦੇ ਨਾਲ, ਕੋਈ ਭੈਣ ਭਰਾਵਾਂ ਦੇ ਨਾਲ, ਇਹ ਬਿਰਤੀ ਤੇ ਡਿਪੈਂਡ ਕਰਦਾ ਵੀ ਅਸੀਂ ਬਿਰਤੀ ਕਿਹੋ ਜਿਹੀ ਲੈ ਕੇ ਸੋਚਦੇ ਹਾਂ। ਜੇ ਅਸੀਂ ਕਹੀਏ ਕਿ ਪ੍ਰੇਮ ਜੇ ਮਾੜਾ ਨਹੀਂ ਤੇ ਫਿਰ ਸੰਸਾਰ ਦੇ ਜੀਵ ਉਹਨੂੰ ਘਿਰਣਾ ਨਾਲ ਕਿਉਂ ਵੇਖਦੇ ਨੇ? ਕਿਉਂਕਿ ਜਿਹੜਾ ਕਰਮ ਅਸੀਂ ਘਿਰਣਾ ਨਾਲ ਕਰਦੇ ਹਾਂ, ਪ੍ਰੇਮ ਕਰਦੇ ਹਾਂ, ਉਹਦੇ ਵਿੱਚ ਸਾਡਾ ਕੋਈ ਸਵਾਰਥ ਹੈ। ਅਸੀਂ ਬਾਪੂ ਨੂੰ ਪਿਆਰ ਕਰਦੇ ਹਾਂ, ਉਹ ਕੋਈ ਸਵਾਰਥ ਨਹੀਂ, ਕਿਉਂਕਿ ਉਹ ਸਾਡਾ ਪਿਓ ਹੈ, ਉਹਦੇ ਪਿੱਛੇ ਕੋਈ ਸਵਾਰਥ ਨਹੀਂ ਹੈਗਾ। ਸਾਡੀ ਅੰਦਰ ਆਤਮਾ ਮੰਨਦੀ ਹੈ ਕਿ ਸਾਡੇ ਬਾਪੂ ਨੂੰ ਪਿਆਰ ਕਰਨਾ ਚਾਹੀਦਾ ਹੈ, ਪ੍ਰੇਮ ਕਰਨਾ ਚਾਹੀਦਾ ਹੈ। ਜਿਹੜਾ ਕਰਮ ਅਸੀਂ ਸੰਸਾਰ ਵੱਲੋਂ ਘਿਰਣਾ ਮੰਨਦੇ ਹਾਂ ਤਾਂ ਇਹਦਾ ਸਾਨੂੰ ਵੀ ਪਤਾ ਹੁੰਦਾ ਵੀ ਅਸੀਂ ਇਸ ਸੰਸਾਰ, ਇਸ ਪ੍ਰੇਮ ਨੂੰ ਘਿਰਣਾ ਕਰਦਾ ਹੈ, ਨਫ਼ਰਤ ਕਰਦਾ ਹੈ, ਇਹਨੂੰ ਮਨਜ਼ੂਰ ਨਹੀਂ ਕਰਦਾ ਸੰਸਾਰ। ਸੋ ਜਦੋਂ ਸਾਨੂੰ ਪਤਾ ਲੱਗਦਾ ਹੈ ਉਦੋਂ ਅਸੀਂ ਕਹਿ ਦਿੰਦੇ ਹਾਂ, ਜੇ ਪ੍ਰਮਾਤਮਾ ਪ੍ਰੇਮ ਦੀ ਭਾਸ਼ਾ ਜਾਣਦਾ ਹੈ ਤੇ ਇੱਥੇ ਕਿਉਂ ਨਫ਼ਰਤ ਹੈ?
ਕਿਉਂਕਿ ਉੱਥੇ ਸਾਡਾ ਕੋਈ ਸਵਾਰਥ ਛੁਪਿਆ ਹੋਇਆ ਹੈ, ਉੱਥੇ ਸਾਡੇ ਅੰਦਰ ਦੀ ਕੋਈ ਚੰਚਲਤਾ ਛੁਪੀ ਹੋਈ ਹੈ, ਕੋਈ ਸਵਾਰਥ ਹੈ ਉਸ ਪਿੱਛੇ, ਜਾਂ ਤਾਂ ਸੁਹੱਪਣ ਹੈ ਜਾਂ ਕਿਸੇ ਦਾ ਕੋਈ ਧਨ ਪਦਾਰਥ ਹੈ। ਗੱਲ ਨੂੰ ਤੁਸੀਂ ਸਮਝ ਰਹੇ ਹੋ। ਇਸ ਕਰਕੇ ਜਦੋਂ ਵੀ ਕੋਈ ਪ੍ਰੇਮ ਪਰਮਾਤਮਾ ਦੇ ਨਾਲ ਕਰਦਾ ਹੈ ਤੇ ਉਹਦਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਕੋਈ ਸਵਾਰਥ ਹੋਵੇ ਜੇ ਨਾ ਹੋਵੇ, ਪਰ ਇੱਥੇ ਕੋਈ ਵੀ ਘਿਰਣਾ ਵਾਲਾ ਕੰਮ ਨਹੀਂ ਹੈਗਾ। ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਕੀਤਾ ਉਹਨਾਂ ਚਾਹੇ ਸ਼ਰੇਆਮ ਪਰਮਾਤਮਾ ਦਾ ਨਾਮ ਜਪਿਆ, ਚਾਹੇ ਉਹਲੇ ਬੈਠ ਕੇ ਨਾਮ ਜਪਿਆ, ਉਹਨਾਂ ਦੀ ਸ਼ੋਭਾ ਹੀ ਹੋਈ, ਉਹਨਾਂ ਦੀ ਸੰਸਾਰ ਦੇ ਵਿੱਚ ਸ਼ੋਭਾ ਹੀ ਹੁੰਦੀ ਹੈ। ਪਰ ਜੇ ਸ਼ੋਭਾ ਹੁੰਦੀ ਹੈ ਤੇ ਉਹਨਾਂ ਨੂੰ ਤਸੀਹੇ ਕਿਉਂ ਮਿਲਦੇ ਨੇ, ਉਹਨਾਂ ਨੂੰ ਵੱਢਿਆ ਕਿਉਂ ਜਾਂਦਾ ਹੈ, ਉਹਨਾਂ ਦਾ ਬੰਦ-ਬੰਦ ਕਿਉਂ ਕੱਟਿਆ ਜਾਂਦਾ ਹੈ, ਉਹਨਾਂ ਨੂੰ ਮਾਰਿਆ ਕਿਉਂ ਜਾਂਦਾ ਹੈ? ਅਸਲ ਦੇ ਵਿੱਚ ਇਹਦਾ ਇੱਕ ਮੁੱਖ ਕਾਰਨ ਇਹ ਹੈ, ਉਹ ਹੈ ਧਰਮ। ਜਦੋਂ ਵੀ ਕਿਸੇ ਧਰਮ ਦੇ ਵਿੱਚ ਕੋਈ ਨਬੀ, ਕੋਈ ਪੀਰ, ਕੋਈ ਫਕੀਰ ਰੱਬ ਦੀ ਇਬਾਦਤ ਕਰਦਾ ਹੈ ਤੇ ਬਹੁਤੇ ਲੋਕ ਸੰਸਾਰੀ ਜੀਵ ਅਸੀਂ, ਜਿੰਨਾ ਕੋਈ ਬੰਦਾ ਪੜ੍ਹਿਆ ਲਿਖਿਆ ਹੋਵੇ, ਕੋਈ ਵੀ ਕੰਮ ਕਰ ਲਈਏ, ਉਹ ਸਾਡਾ ਆਪਣਾ ਬਾਪੂ ਹੀ ਕਹਿ ਦਿੰਦਾ ਹੁੰਦਾ, ਫਲਾਣੇ ਦਾ ਬੱਚਾ ਵੇਖ ਕਿੰਨਾ ਪੜ੍ਹਦਾ, ਤੇਰੇ ਕੋਲੋਂ ਪੜ੍ਹਾਈ ਨਹੀਂ ਹੁੰਦੀ। ਅਸਲ ਦੇ ਵਿੱਚ ਅਸੀਂ ਉਹ ਚਾਹੁੰਦੇ ਹਾਂ ਜਿੰਨੀ ਤਰੱਕੀ ਉਸ ਨੇ ਕੀਤੀ, ਕਾਸ਼ ਇਹ ਬੱਚਾ ਸਾਡੇ ਘਰ ਦੇ ਵਿੱਚ ਹੁੰਦਾ। ਇਵੇਂ ਹੀ ਸੰਸਾਰ ਦੇ ਵਿੱਚ ਧਰਮ ਦਾ ਕੰਮ ਹੈ। ਜਿਵੇਂ ਜਿਵੇਂ ਹੀ ਸ਼ਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੋਵੇਂ ਪਿਓ ਪੁੱਤਰ ਨੇ। ਸ਼ਾਹਬਾਜ਼ ਸਿੰਘ ਕਾਜ਼ੀ ਕੋਲ ਪੜ੍ਹਨ ਵਾਸਤੇ ਜਾਂਦਾ ਸੀ। ਪਹਿਲਾਂ ਧਾਰਮਿਕ ਆਗੂ ਹੀ ਪੜ੍ਹਾਇਆ ਕਰਦੇ ਸਨ, ਕਾਜ਼ੀ, ਮੁੱਲਾ ਜਾਂ ਪੰਡਤ ਸਾਹਿਬਾਨ ਪਾਂਦੇ, ਇਹਨਾਂ ਨੇ ਵਿਦਿਆ ਪੜ੍ਹਾਇਆ ਕਰਨੀ ਸੀ। ਸੋ ਇਸ ਤਰੀਕੇ ਦੇ ਨਾਲ ਜਦੋਂ ਸ਼ਾਹਬਾਜ਼ ਸਿੰਘ ਪੜ੍ਹਨ ਵਾਸਤੇ ਜਾਂਦਾ ਸੀ ਨਾ ਕਾਜ਼ੀ ਦੇ ਕੋਲ, ਉਹਨਾਂ ਨੇ ਇਹਨਾਂ ਦੀ ਜੀਵਨ ਸ਼ੈਲੀ ਵੇਖੀ, ਬੋਲਣ ਦਾ ਢੰਗ, ਬੈਠਣ ਦਾ ਢੰਗ, ਸਤਿਕਾਰ ਕਰਨਾ, ਆਦਰ ਦੇਣਾ, ਵਿਦਿਆ ਦੇ ਵਿੱਚ ਬਹੁਤ ਮਹਾਰਤ ਹਾਸਲ ਕਰਨੀ, ਸਭ ਕੁਝ ਬੜੇ ਢੰਗ ਦੇ ਨਾਲ ਕੀਤਾ। ਤੇ ਉਹ ਕਾਜ਼ੀ ਇੱਕ ਦਿਨ ਕਹਿੰਦਾ ਤੂੰ ਆਪਣਾ ਧਰਮ ਛੱਡ ਕੇ ਜੇ ਤੂੰ ਮੇਰੇ ਧਰਮ ਦੇ ਵਿੱਚ ਆ ਜਾਵੇ ਨਾ, ਬਹੁਤ ਕੁਝ ਤੈਨੂੰ ਦਵਾਂਗਾ, ਜ਼ਮੀਨ ਤੇਰੇ ਨਾਮ ਲਾ ਦੇਵਾਂਗਾ, ਇਥੋਂ ਤੱਕ ਕਿ ਮੈਂ ਆਪਣੀ ਬੱਚੀ ਦਾ ਰਿਸ਼ਤਾ ਵੀ ਤੈਨੂੰ ਦੇ ਦਿਆਂਗਾ। ਹੁਣ ਸ਼ਾਹਬਾਜ਼ ਸਿੰਘ ਨੇ ਸਾਰੀ ਗੱਲ ਆਪਣੀ ਮਾਤਾ ਨੂੰ ਜਾ ਕੇ ਦੱਸੀ ਤੇ ਮਾਤਾ ਨੇ ਇੱਕੋ ਗੱਲ ਸਮਝਾਈ ਸੀ, ਪੁੱਤਰ ਜਿਹੜਾ ਧਰਮ ਹੈ ਉਹ ਪ੍ਰੇਮ ਦਾ ਮਾਰਗ ਹੈ। ਜੇ ਤੇਰਾ ਸਿੱਖੀ ਨਾਲ ਪਿਆਰ ਹੈ ਤੇ ਧਰਮ ਤੋਂ ਦੂਜੇ ਦੇ ਵਿੱਚ ਚਲੇ ਗਿਆ ਤੇ ਦੁਵਿਧਾ ਬਣ ਜਾਏਗੀ, ਨਾ ਤਾਂ ਉਸ ਪਾਸੇ ਦਾ ਰਹਿ ਜਾਏਗਾ ਨਾ ਇਸ ਪਾਸੇ ਦਾ ਰਹਿ ਜਾਏਗਾ। ਮੁਖ ਤੋਂ ਭਾਵੇਂ ਤੂੰ ਨਮਾਜ਼ ਪੜ੍ਹ ਲੈ, ਪਰ ਅੰਦਰ ਆਤਮਾ ਤੇਰਾ ਇਹੀ ਕਹੀ ਜਾਵੇਗਾ ਕਿ ਮੈਂ ਸਿੱਖ ਧਰਮ ਦੇ ਵਿੱਚ ਹੁੰਦਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਹੁਕਮ ਲਿਖੇ ਨੇ ਕਿ ਮੌਤ ਸਭ ਨੂੰ ਆਉਣੀ ਹੈ, ਸਾਰਿਆਂ ਦੇ ਉੱਪਰ ਵਿਆਪਣੀ ਹੈ, ਤੇ ਇੱਥੇ ਤਾਂ ਗੱਲਾਂ ਹੀ ਕੁਝ ਹੋਰ ਲਿਖੀਆਂ ਨੇ। ਸੋ ਤੇਰਾ ਅੰਦਰ ਆਤਮਿਕ ਪ੍ਰੇਮ ਨਹੀਂ ਬਣ ਸਕੇਗਾ। ਇਸ ਕਰਕੇ ਉਹਨਾਂ ਨੇ ਮਾਂ ਨੇ ਸਮਝਾਇਆ। ਕਰਦਿਆਂ ਕਰਦਿਆਂ ਇਹ ਸ਼ਿਕਾਇਤ ਜਾ ਕੇ ਸਰਕਾਰ ਦੇ ਕੋਲ ਲਾਈ ਗਈ, ਤੇ ਜਦੋਂ ਸਰਕਾਰ ਦੇ ਕੋਲ ਲਾਈ ਗਈ ਤੇ ਭਾਵੇਂ ਕਿ ਇਹ ਸਰਕਾਰ ਦੀ ਨੌਕਰੀ ਕਰਦੇ ਨੇ ਸ਼ਬੇਗ ਸਿੰਘ, ਪਰ ਦੋਵਾਂ ਪਿਓ ਪੁੱਤਰਾਂ ਨੂੰ ਪਹਿਲਾਂ ਇੱਕ ਹੀ ਗੱਲ ਮਨਾਈ ਗਈ, ਧਰਮ ਛੱਡ ਦਿਓ, ਧਰਮ ਛੱਡ ਦਿਓ, ਤੁਹਾਨੂੰ ਮਾਫ ਕਰ ਦਿੱਤਾ ਜਾਵੇਗਾ। ਸ਼ਬੇਗ ਸਿੰਘ, ਸ਼ਾਹਬਾਜ਼ ਸਿੰਘ ਜੀ ਕਹਿਣ ਲੱਗੇ ਵੀ ਜੇ ਸਾਨੂੰ ਧਰਮ ਛੱਡ ਕੇ ਤੁਹਾਡੇ ਧਰਮ ਦੇ ਵਿੱਚ ਆ ਕੇ ਅਸੀਂ ਮਰਨਾ ਹੈ ਤੇ ਕਿਉਂ ਨਾ ਅਸੀਂ ਪ੍ਰੇਮ ਨਾਲ ਮਰ ਜਾਈਏ, ਪ੍ਰਮਾਤਮਾ ਜੀ ਦੀ ਬਾਣੇ ਨੂੰ ਮੰਨਦੇ ਹੋਏ ਮਰ ਜਾਈਏ, ਚਲਾਣਾ ਕਰ ਜਾਈਏ, ਚਲੇ ਜਾਈਏ। ਪਰ ਜੇ ਤੁਹਾਡੇ ਧਰਮ ਦੇ ਵਿੱਚ ਆਵਾਂਗੇ ਸਾਨੂੰ ਮੌਤ ਨਹੀਂ ਵਿਆਪੇਗੀ। ਮੌਤ ਤਦੋਂ ਵੀ ਆਉਣੀ ਹੈ, ਮੌਤ ਹੁਣ ਵੀ ਆਉਣੀ ਹੈ। ਇਸ ਕਰਕੇ ਜੇ ਅਸੀਂ ਆਪਣਾ ਧਰਮ ਛੱਡ ਕੇ ਤੁਹਾਡੇ ਧਰਮ ਦੇ ਵਿੱਚ ਆਉਣੇ ਆ, ਲਾਲਚ ਦੇ ਅਧੀਨ ਹੋ ਕੇ, ਤਾਂ ਸਾਡੇ ਅੰਦਰ ਆਤਮਾ ਇਹ ਸੋਝੀ ਨਹੀਂ ਦਿੰਦਾ, ਆਗਿਆ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਧਰਮ ਨੂੰ ਕਬੂਲ ਕਰ ਲਈਏ। ਜਿੰਨੀ ਵਾਰ ਵੀ ਧਰਮ ਦੇ ਉੱਪਰ ਖੱਲ ਕਰੀਏ, ਜੇ ਅੱਜ ਸਿੱਖ ਧਰਮ ਦੀ, ਜਦੋਂ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਵਿੱਚ ਹੋਏ, ਉਹਨਾਂ ਨੇ 3-4 ਗੱਲਾਂ ਨੇ ਜਿਹੜੀਆਂ ਬਹੁਤ ਮਹੱਤਤਾ ਰੱਖਦੀਆਂ ਨੇ ਵੀ ਹੁਕਮ ਮੰਨਿਆ ਕਿਵੇਂ ਜਾਂਦਾ ਹੈ। ਕੋਈ ਜ਼ਰੂਰੀ ਨਹੀਂ ਬੰਦਾ ਅੱਜ ਕਹਿ ਦਿੰਦਾ ਜੀ ਦਿਲ ਸਾਫ਼ ਹੋਣਾ ਚਾਹੀਦਾ ਹੈ, ਬਾਣੀ ਪੜ੍ਹੋ ਚਾਹੇ ਨਾ ਪੜ੍ਹੋ। ਇਹੀ ਗੱਲ ਸਾਡੇ ਅੰਦਰ ਦੀ ਅਗਿਆਨਤਾ ਨੂੰ ਦਰਸਾਉਂਦੀ ਹੈ। ਜੇ ਦਿਲ ਹੀ ਸਾਫ਼ ਹੈ ਫਿਰ ਬਾਣੀ ਪੜ੍ਹਨ ਕੀ ਲੈਣਾ।
ਬਾਣੀ ਪੜ੍ਹਦੇ ਹੀ ਅਸੀਂ ਤਾਂ ਹੈ ਕਿ ਸਾਡਾ ਅੰਦਰ ਆਤਮਾ ਸਾਫ਼ ਹੋ ਸਕੇ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੀ ਰੰਗ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਪਾਪ ਸਾਹਮਣੇ ਕਿਸੇ ਨੇ ਕੋਈ ਜਾਨਵਰ ਵੱਢ ਦਿੱਤਾ ਉਹ ਪਾਪ ਹੈ। ਅਸਲ ਦੇ ਵਿੱਚ ਛੋਟਾ ਛੋਟਾ ਕਾਰਨ ਵੀ ਪਾਪ ਬਣ ਜਾਂਦਾ ਹੈ। ਜਦੋਂ ਅਸੀਂ ਕਿਸੇ ਦੇ 5-10 ਮਿੰਟ ਕਿਸੇ ਤੋਂ ਖਾਂਦੇ ਹਾਂ ਨਾ, ਜਦੋਂ ਅਸੀਂ ਲੇਟ ਜਾਂਦੇ ਹਾਂ, ਉਹ ਵੀ ਇੱਕ ਪਾਪ ਹੈ। ਉਹਦੀ ਕਮਾਈ ਦੇ ਵਿੱਚੋਂ ਰੋਜ਼ਾਨਾ ਅਸੀਂ ਮੰਨ ਕੇ ਚੱਲੋ, ਅਸੀਂ ਰੋਜ਼ ਇੱਕ ਬੰਦੇ ਨੂੰ 5-10 ਮਿੰਟ ਉਹਦੀ ਡਿਊਟੀ ਦੇ ਅਨੁਸਾਰ ਲੇਟ ਛਡਾਉਣੇ ਆ, ਤੇ ਸਾਲ ਦੇ ਵਿੱਚ ਜਿੰਨਾ ਚਿਰ ਅਸੀਂ ਜਿਉਂਦੇ ਰਹੇ ਕਿੰਨਾ ਸਮਾਂ ਉਹਦਾ ਖਾ ਗਏ ਆਪਾਂ, ਕਿੰਨਾ ਸਮਾਂ ਉਹਦਾ ਖਾ ਗਏ। ਉਹਨੇ ਸਮੇਂ ਦੇ ਵਿੱਚੋਂ ਜਿਹੜੀ ਉਹਦੀ ਕਮਾਈ ਹੈ, ਉਹਨੇ ਵੱਧ ਕੰਮ ਕੀਤਾ, ਅਸੀਂ ਘੱਟ ਕੰਮ ਕੀਤਾ। ਸੋ ਅਸੀਂ ਉਹਦਾ ਜਿਹੜਾ ਹੱਕ ਹੈ ਉਹ ਖਾਧਾ। ਤੇ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਨਾ, ਹੱਕ ਪਰਾਇਆ ਨਾਨਕਾ, ਇਹ ਪਰਾਇਆ ਹੱਕ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਜਿਹੜਾ ਪਾਪ ਕਰਦਾ ਉਹ ਪ੍ਰਤੱਖ ਤੌਰ ਤੇ ਹੋਵੇ। ਜਿਹੜਾ ਅਸੀਂ ਅੰਦਰ ਆਤਮੇ ਲੁਕਾ ਕੇ ਕਰਦੇ ਹਾਂ, ਜਿਹੜੇ ਸੰਸਾਰ ਪ੍ਰਸਿੱਧ ਸਾਨੂੰ ਦਿਸ ਨਹੀਂ ਰਹੇ, ਜਿਹੜੇ ਸੰਸਾਰ ਦੇ ਵਿੱਚ ਬਹੁਤ ਸਾਰੇ ਪਾਪ ਨੇ, ਬੰਦਾ ਮਾਰ ਦੇਣਾ, ਕਿਸੇ ਨੂੰ ਹਾਨੀ ਪਹੁੰਚਾ ਦੇਣੀ, ਕਿਸੇ ਨਾਲ ਧੋਖਾ ਕਰ ਦੇਣਾ, ਇਸ ਦਿਸ ਰਹੇ ਨੇ। ਪਰ ਜਿਹੜੇ ਦਿਸ ਰਹੇ ਨਹੀਂ, ਉਹ ਅਸੀਂ ਅਨੇਕਾਂ ਪਾਪ ਕਰਦੇ ਹਾਂ। ਇਸ ਕਰਕੇ ਬੰਦਾ ਕਹਿ ਦਿੰਦਾ ਮੈਂ ਤਾਂ ਕੋਈ ਪਾਪ ਕਰਦਾ ਹੀ ਨਹੀਂ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਵੇਖਾਂਗੇ ਨਾ, ਤਦੋਂ ਸਾਨੂੰ ਇਉਂ ਲੱਗੇਗਾ ਵੀ ਸਾਡਾ ਤਾਂ ਪਾਪਾਂ ਦਾ ਘੜਾ ਭਰਿਆ ਪਿਆ ਹੈ। ਅਸੀਂ ਅੰਦਰ ਬਹੁਤ ਪਾਪ ਕੀਤੇ ਨੇ। ਇਸ ਕਰਕੇ ਬਹੁਤੇ ਲੋਕਾਂ ਦੀ ਗੁਰਬਾਣੀ ਨਾਲ ਇਸ ਕਰਕੇ ਨਹੀਂ ਬਣਦੀ। ਗੁਰਬਾਣੀ ਕਹਿੰਦੀ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਵੇਖ। ਦੂਜਿਆਂ ਨੂੰ ਮਾੜਾ ਕਹਿਣ ਵਾਲਿਆ ਕਦੀ ਆਪਣੇ ਅੰਦਰ ਵੀ ਝਾਕ ਮਾਰ ਕੇ ਵੇਖ, ਤੈਨੂੰ ਪਾਪਾਂ ਦੇ ਦਰਿਆ ਦਿਸਣਗੇ। ਫਿਰ ਗੁਰਬਾਣੀ ਕਹਿੰਦੀ ਹੈ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਕਿੰਨੇ ਔਗਣ ਨੇ ਜਿੰਨਾ ਸਮੁੰਦਰ ਨੀਰ ਭਰਿਆ ਪਿਆ ਹੈ। ਸੋ ਇਸ ਕਰਕੇ ਜਦੋਂ ਵੀ ਬੰਦਾ ਅਕਾਲ ਪੁਰਖ ਪਰਮਾਤਮਾ ਨੂੰ ਭੁੱਲਿਆ, ਉਹਦਾ ਇੱਕ ਕਾਰਨ ਹੈ ਕਿ ਜਾਂ ਤਾਂ ਉਹ ਕਿਸੇ ਲਾਲਚ ਵਸ ਹੋ ਗਿਆ, ਜਾਂ ਉਹ ਸੰਸਾਰ ਦੇ ਵਿੱਚ ਪੈ ਕੇ ਰੰਗ ਲੜੀਆਂ ਦੇ ਵਿੱਚ ਮਤਿਆ ਗਿਆ, ਜਾਂ ਇਸ ਗੱਲ ਤੋਂ ਆਕੀ ਹੋ ਗਿਆ ਵੀ ਨਹੀਂ, ਹੁਕਮ ਮੇਰੇ ਉੱਪਰ ਨਹੀਂ ਟੁੱਕਦਾ। ਕੋਈ ਨਾ ਕੋਈ ਕਾਰਨ ਜ਼ਰੂਰ ਬਣਿਆ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਆਪਾਂ ਕਰਨ ਲੱਗੇ ਸੀ, ਜਦੋਂ ਉਹਨਾਂ ਨੇ ਰਾਜ ਧਰਮ ਨੂੰ ਸੰਭਾਲਿਆ ਨਾ, ਸਿੱਖ ਰਾਜ ਨੂੰ ਸੰਭਾਲਿਆ, ਉਹਨਾਂ ਦਾ ਇੱਕ ਤਖਤ ਸੀ ਜਿਹਦੇ ਉੱਪਰ ਬੈਠਦੇ ਸਨ। ਉਹ ਤਖਤ ਜਿਹੜਾ ਸੀ ਉਹਦੇ ਵਿੱਚ ਹੀਰੇ ਜੜੇ ਸਨ, ਲਾਲ ਜੜੇ ਸਨ, ਪਰ ਉਸ ਤਖਤ ਦੀ ਢੋ ਨਹੀਂ ਹੈਗੀ ਸੀ। ਢੋ ਸਮਝਦੇ ਹੋ, ਜਿਵੇਂ ਆਪਾਂ ਕੁਰਸੀ ਤੇ ਬੈਠਦੇ ਹਾਂ ਤੇ ਕੁਰਸੀ ਦੇ ਪਿੱਛੇ ਢੋ ਲਾਉਣ ਵਾਸਤੇ ਪਿੱਛੇ ਫੱਟਾ ਜਾਂ ਜਗ੍ਹਾ ਬਣਾਈ ਹੁੰਦੀ ਹੈ। ਉਹਨਾਂ ਨੇ ਇਸ ਢੰਗ ਦਾ ਇੱਕ ਤਖਤ ਬਣਾਇਆ ਸੀ। ਕਹਿਣ ਲੱਗੇ ਭਾਵੇਂ ਇਹਦੇ ਵਿੱਚ ਹੀਰੇ ਲਾ ਦਿਓ, ਭਾਵੇਂ ਸੋਨਾ ਲਾ ਦਿਓ, ਜੋ ਮਰਜ਼ੀ ਜੜ ਦਿਓ ਇਹਦੇ ਵਿੱਚ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਮੈਂ ਇਸ ਉੱਪਰ ਬੈਠਾ ਮੇਰਾ ਮੁੱਖ ਜਿਹੜਾ ਹੈ ਉਹ ਦਰਬਾਰ ਸਾਹਿਬ ਵੱਲ ਨੂੰ ਰਵੇ, ਉਧਰ ਨੂੰ ਪਿੱਠ ਨਾ ਹੋਵੇ। ਇਸ ਗੱਲ ਦੀ ਸਮਝ ਰਹੇ ਹੋ ਨਾ ਗੱਲ? ਜੇ ਉਸ ਕੁਰਸੀ ਨੂੰ, ਉਸ ਤਖਤ ਨੂੰ ਢੋ ਲਾ ਦਿੱਤੀ ਜਾਂਦੀ, ਤਖਤ ਦਾ ਮੂੰਹ ਹੋ ਸਕਦਾ ਸੀ, ਕਿਸੇ ਘਰ ਦਾ ਮੂੰਹ ਹੋ ਸਕਦਾ ਸੀ ਇਹਨੂੰ, ਤੇ ਦਰਬਾਰ ਸਾਹਿਬ ਵੱਲ ਨੂੰ ਪਿੱਠ। ਸੋ ਇਸ ਕਰਕੇ ਜਿੱਧਰ ਨੂੰ ਮਰਜ਼ੀ ਬੈਠ ਜਾਈਏ, ਉਹ ਤਖਤ ਵੱਲ ਨੂੰ ਉਹਨਾਂ ਦਾ ਮੂੰਹ ਹਮੇਸ਼ਾ ਦਰਬਾਰ ਸਾਹਿਬ ਵੱਲ ਨੂੰ ਰਹੇਗਾ, ਜਿੱਧਰ ਨੂੰ ਮਰਜ਼ੀ ਬੈਠ ਜਾਣ। ਭਾਵ ਕਿ ਜਿੱਧਰ ਨੂੰ ਵੀ ਹੋਵੇਗਾ ਤਾਂ ਢੋ ਲਾ ਕੇ ਨਹੀਂ ਬੈਠਣਗੇ। ਇਸ ਕਰਕੇ ਜਿੱਧਰਲੇ ਪਾਸੇ ਵੀ ਬੈਠਣਗੇ ਉਹਨਾਂ ਦਾ ਸਾਹਮਣੇ ਪਰਮਾਤਮਾ ਦਾ ਘਰ ਜਿਹੜਾ ਉਹ ਨਜ਼ਰ ਜ਼ਰੂਰ ਆਏਗਾ। ਔਰ ਦੂਸਰੀ ਗੱਲ, ਸਾਰੇ ਧਰਮਾਂ ਨੂੰ ਇੱਕ ਖੁੱਲ੍ਹ ਸੀਗੀ। ਜੇ ਕੋਈ ਕਾਜ਼ੀ ਹੈ ਆਪਣੀ ਨਮਾਜ਼ ਅਦਾ ਕਰ ਸਕਦਾ ਹੈ, ਜੇ ਕੋਈ ਗੁਰਸਿੱਖ ਹੈ ਆਪਣੀ ਬਾਣੀ ਪੜ੍ਹ ਸਕਦਾ ਹੈ, ਜੇ ਕੋਈ ਹਿੰਦੂ ਹੈ ਆਪਣੇ ਧਾਰਮਿਕ ਮੰਦਿਰ ਦੇ ਵਿੱਚ ਜਾ ਕੇ ਪੂਜਾ ਕਰ ਸਕਦਾ ਹੈ। ਪਰ ਅੱਜ ਦਾ ਜਿਹੜਾ ਸਮਾਂ ਉਹ ਇਹ ਕਹਿ ਰਿਹਾ ਹੈ ਕਿ ਨਹੀਂ, ਮੇਰਾ ਧਰਮ ਚੰਗਾ ਹੈ, ਨਹੀਂ ਮੇਰੇ ਧਰਮ ਦੇ ਵਿੱਚ ਆ ਕੇ ਵੇਖੋ, ਮੇਰੇ ਧਰਮ ਦੇ ਵਿੱਚ ਜ਼ਿਆਦਾ ਸਿੱਖਿਆ ਹੈ। ਪਰ ਜਿਹੜਾ ਕਹਿ ਰਿਹਾ ਹੁੰਦਾ ਹੈ, ਜਾਂ ਭਾਵੇਂ ਉਹ ਸਿੱਖ ਹੋਵੇ, ਭਾਵੇਂ ਉਹ ਮੁਸਲਿਮ ਹੋਵੇ, ਤੇ ਭਾਵੇਂ ਉਹ ਹਿੰਦੂ ਹੋਵੇ, ਕਿਉਂਕਿ ਅਧੂਰਾ ਹੈ। ਤੇ ਅਧੂਰਾ ਜਿਹੜਾ ਹੈ ਉਹ ਇਹੀ ਗੱਲ ਕਹਿੰਦਾ ਹੈ ਵੀ ਸਿੱਖੀ ਜ਼ਿਆਦਾ ਪ੍ਰਫੁੱਲਤ ਕਰਨੀ ਹੈ। ਹਿੰਦ ਕਹਿੰਦਾ ਮੈਂ ਜ਼ਿਆਦਾ ਹਿੰਦ ਵਾਲੇ ਬਣਾਉਣੇ ਨੇ, ਮੁਸਲਮਾਨ ਕਹਿੰਦਾ ਮੈਂ ਜ਼ਿਆਦਾ ਮੁਸਲਿਮ ਬਣਾਉਣੇ ਨੇ, ਤੇ ਪ੍ਰੇਮ ਵਾਲਾ ਕਹਿੰਦਾ ਰੱਬ ਨਾਲ ਪ੍ਰੇਮ ਪਾਲਿਓ ਭਲਿਓ। ਇਹਨਾਂ ਧਰਮਾਂ ਦੇ ਚੱਕਰਾਂ ਦੇ ਵਿੱਚ ਨਹੀਂ ਪਾਓਗੇ। ਜਿਹੜੀ ਸਾਨੂੰ ਅਸੀਂ ਮੰਨ ਲਈਏ ਕਿ ਜੇ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਧਰਮਾਂ ਦੇ ਚੱਕਰ ਦੇ ਵਿੱਚੋਂ ਕੱਢਿਆ, ਕੇਵਲ ਪ੍ਰੇਮ ਕਰਨਾ ਸਿਖਾਇਆ ਹੈ, ਤੇ ਫਿਰ ਸਾਡੇ ਸਰੀਰ ਦੇ ਉੱਪਰ ਜਿਹੜਾ ਆ ਧਾਰਮਿਕ ਲਿਬਾਸ ਜਿਹੜਾ ਅਸੀਂ ਪਹਿਨੇ ਹੋਇਆ, ਇਹ ਕਿਉਂ ਦਿੱਤਾ? ਇਹ ਕਿਉਂ ਦਿੱਤਾ ਹੋਇਆ ਹੈ?
ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਇਹ ਸ਼ਬਦ ਕਿਸ ਵਾਸਤੇ ਹੈ? ਇਹ ਸ਼ਬਦ ਕ੍ਰਿਸ਼ਨ ਜੀ ਦੀ ਮੂਰਤ ਖਿੱਚੀ ਗਈ ਹੈ। ਕ੍ਰਿਸ਼ਨ ਜੀ ਸਿਰ ਤੇ ਪੱਗ ਬੰਨ੍ਹਦੇ ਹੁੰਦੇ ਸੀ। ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਕ੍ਰਿਸ਼ਨ ਜੀ ਵੀ ਸਿਰ ਉੱਤੇ ਪੱਗ ਬੰਨ੍ਹਦੇ ਹੁੰਦੇ ਸੀ। ਸੋ ਬਹੁਤ ਸਾਰੇ ਮੰਦਿਰ ਤੁਸੀਂ ਵੇਖੋਗੇ ਉਹਨਾਂ ਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਹੈ। ਇਹ ਧਾਰਮਿਕ ਲਿਬਾਸ ਸੀ। ਤੇ ਕੇਸੋ ਕੇਸੋ ਕੁਕੀਏ ਨਾ ਸੋਈਏ ਅਸਾਰ, ਕੇਸੋ ਕੇਸੋ ਵੀ ਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਸੀ। ਉਹ ਕੇਸਾਧਾਰੀ ਸਨ, ਕੇਸ ਰੱਖੇ ਹੋਏ ਸਨ ਉਹਨਾਂ ਨੇ। ਇਵੇਂ ਕਰਕੇ ਜਿਹੜਾ ਧਾਰਮਿਕ ਲਿਬਾਸ ਹੈ ਉਹ ਰੱਬ ਜੀਆਂ ਵੱਲੋਂ ਸਾਨੂੰ ਬਖਸ਼ਿਸ਼ ਕੀਤਾ ਗਿਆ। ਤੇ ਪ੍ਰੇਮ ਵਾਲਿਆਂ ਨੇ ਕਹਿ ਦਿੱਤਾ ਵੀ ਇਹ ਕੁਦਰਤੀ ਨਿਯਮਾਵਲੀ ਹੈ। ਜੇ ਅਸੀਂ ਇਹਨਾਂ ਕੇਸਾਂ ਦੀ ਬੇਅਦਬੀ ਕਰਦੇ ਹਾਂ, ਕੱਟਦੇ ਹਾਂ, ਸੋ ਇਸ ਕਰਕੇ ਪਰਮਾਤਮਾ ਜੀ ਦੀ ਹੁਕਮ ਅਨੁਸਾਰ ਪਰਮਾਤਮਾ ਜੀ ਦੀ ਕੁਦਰਤ ਦੇ ਖਿਲਾਫ ਹੈ। ਇਹ ਪਰਮਾਤਮਾ ਜੀ ਦੇ, ਜੇ ਰੱਬ ਜੀਆਂ ਨੇ, ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਕਹਿੰਦੇ ਸੁਨਤ ਕਰੀਏ ਮੁਸਲਮਾਨ ਜੇ ਹੋਈਦਾ ਹੈ ਤੇ ਫਿਰ ਔਰਤ ਕਾ ਕਿਆ ਕਰੀਏ। ਜੇ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਧਾਰਮਿਕ ਰੱਬ ਦੀ ਇਬਾਦਤ ਕਰਦੇ ਆ ਤੇ ਫਿਰ ਇੱਕ ਸਰੀਰ ਦਾ ਕੀ ਕਰ ਸਕਦੇ ਹਾਂ ਦੂਜੇ ਦਾ? ਤਾਂ ਤੇ ਫਿਰ ਅਸੀਂ ਜਿੱਤੋਂ ਜਨਮ ਲਿਆ ਅਸੀਂ ਤਾਂ ਫਿਰ ਹਿੰਦੂ ਹੀ ਰਹਿ ਗਏ। ਸੋ ਇਸ ਕਰਕੇ ਜਿਹੜੀ ਗੱਲ ਸਾਨੂੰ ਗੁਰਬਾਣੀ ਸਮਝਾਉਣਾ ਚਾਹੁੰਦੀ ਕਿ ਮਾਰਗ ਪ੍ਰੇਮ ਦਾ ਹੈ, ਬਖੇੜੇ ਅਸੀਂ ਤਾਂ ਖੜੇ ਕਰ ਲਏ ਕਿ ਇਹ ਕਹਿਣ ਲੱਗ ਪਏ ਸਾਡਾ ਧਰਮ ਚੰਗਾ ਹੈ, ਸਾਡਾ ਧਰਮ ਚੰਗਾ ਹੈ, ਤੇ ਵਿਚਲੀਆਂ ਗੱਲਾਂ ਪਤਾ ਕਿਸੇ ਨੂੰ ਵੀ ਨਹੀਂ ਹੈਗੀਆਂ। ਬਾਣੀ ਕਿਸੇ ਨੇ ਵੀ ਨਹੀਂ ਪੜ੍ਹ ਕੇ ਵੇਖੀ, ਕੁਰਾਨ ਕਿਸੇ ਨੇ ਵੀ ਨਹੀਂ ਪੜ੍ਹ ਕੇ ਵੇਖੀ, ਔਰ ਜਿਹੜੀਆਂ ਸਿਮਰਤੀਆਂ ਨੇ ਉੱਥੋਂ ਤੱਕ ਬੰਦੇ ਦੀ ਪਹੁੰਚ ਹੀ ਨਹੀਂ ਹੋਈ। 27 ਸਿਮਰਤੀਆਂ ਨੇ, ਤੇ ਸਿਮਰਤੀਆਂ ਅਸੀਂ 27 ਕਿੱਥੋਂ ਪੜ੍ਹਦੀਆਂ ਹੋਣਗੀਆਂ? ਹਿੰਦੂ ਵੀਰਾਂ ਨੇ ਬਹੁਤ ਘੱਟ ਵੀਰ ਹੋਣਗੇ ਜਿਨ੍ਹਾਂ ਨੇ ਪੜ੍ਹੀਆਂ ਹੋਣਗੀਆਂ। ਨਹੀਂ ਤਾਂ ਸੌਖਾ ਜਿਹਾ ਕੰਮ ਹੈ, ਦੀਵੇ ਜਗਾਓ, ਆਰਤੀ ਕਰੋ, ਵਾਪਸ ਆ ਜਾਓ, ਪਰਮਾਤਮਾ ਖੁਸ਼ ਹੈ। ਇਵੇਂ ਹੀ ਸਿੱਖਾਂ ਦੇ ਵਿੱਚ ਹੋ ਗਿਆ। ਹੁਣ ਸਭ ਤੋਂ ਵੱਧ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਸਤੇ ਸਾਨੂੰ ਗੁਰੂ ਸਾਹਿਬਾਨਾਂ ਨੇ ਕਿਹਾ ਸੀ। ਜੇ ਅਸੀਂ ਕਹਿ ਦਈਏ ਸਾਡੇ ਕੋਲ ਦੁੱਖ ਹੀ ਇੰਨੇ ਨੇ, ਸਾਡੇ ਕੋਲ ਵਿਪਤਾ ਹੀ ਇੰਨੀ ਹੈ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪ ਹੀ ਨਹੀਂ ਸਕਦੇ। ਅੱਜ ਪੜ੍ਹਦੇ ਆ ਇਹ ਸਮਝ ਵਿਚਾਰ ਮਨ ਦੇ ਵਿੱਚ ਆਈ। ਬੰਦਾ ਕਹਿੰਦਾ ਸਮਾਂ ਨਹੀਂ ਹੈਗਾ, ਦੁੱਖ ਬੜੇ ਨੇ ਜ਼ਿੰਦਗੀ ਦੇ ਵਿੱਚ। ਜਦੋਂ ਅਸੀਂ ਪੜ੍ਹਨ ਬੈਠਦੇ ਹਾਂ ਸਾਡੇ ਸਾਹਮਣੇ ਸਾਰਾ ਕੁਝ ਚੱਲਣ ਲੱਗ ਪੈਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਆਏ, ਸਰਸਾ ਨਦੀ ਦੇ ਵਿੱਚ ਬਹੁਤ ਸਾਰੇ ਧਾਰਮਿਕ ਗ੍ਰੰਥ ਜਿਹੜੇ ਨੇ ਰੁੜ ਗਏ, ਬਹੁਤ ਸਾਰਾ ਖਜ਼ਾਨਾ ਰੁੜ ਗਿਆ, ਪਰਿਵਾਰ ਦਾ ਵਿਛੋੜਾ ਪੈ ਗਿਆ। ਚਮਕੌਰ ਦੀ ਗੜੀ ਦੇ ਵਿੱਚ ਭਿਆਨਕ ਯੁੱਧ ਹੋਇਆ। ਉਸ ਤੋਂ ਬਾਅਦ ਮੁਕਤਸਰ ਦੀ ਜੰਗ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ ਦਮਦਮਾ ਸਾਹਿਬ ਬਠਿੰਡੇ ਦੀ ਧਰਤੀ ਤੇ। ਉੱਥੇ ਜਾ ਕੇ ਫਿਰ ਉਹਨਾਂ ਨੇ ਫਿਰ ਦੁਬਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਹੈ ਉਹ ਲਿਖਵਾਈ ਸੀ, ਦੁਬਾਰ ਤੋਂ ਲਿਖਵਾਈ ਸੀਗੀ। ਜਿਹੜੇ ਪਹਿਲਾਂ ਗ੍ਰੰਥ ਸੀਗੇ ਉਹ ਰੁੜ ਗਏ ਸਨ। ਇਹ ਦੁਬਾਰ ਤੋਂ ਫਿਰ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ ਹੋਰਾਂ ਨੂੰ ਨਾਲ ਲੈ ਕੇ ਇਹ ਦੁਬਾਰਾ ਤੋਂ ਫਿਰ ਲਿਖਵਾਈ ਗਈ। ਜੇ ਅਸੀਂ ਕਹੀਏ ਵੀ ਸਾਡੇ ਕੋਲ ਬਾਣੀ ਪੜ੍ਹਨ ਦਾ ਸਮਾਂ ਨਹੀਂ, ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਇੰਨੇ ਨੇ, ਅਸੀਂ ਪੜ੍ਹ ਨਹੀਂ ਸਕਦੇ, ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਰਿਵਾਰ ਵਿਛੋੜਾ ਪੈ ਗਿਆ, ਪਤਾ ਵੀ ਲੱਗ ਗਿਆ, ਬੱਚੇ ਵੀ ਸ਼ਹੀਦ ਹੋ ਗਏ ਨੇ, ਸਭ ਕੁਝ ਪਤਾ ਚੱਲ ਗਿਆ ਉਹਨਾਂ ਨੂੰ, ਧਾਰਮਿਕ ਗ੍ਰੰਥ ਵੀ ਚਲੇ ਗਏ ਨੇ। ਤਦੋਂ ਵੀ ਉਹਨਾਂ ਨੇ ਆਪਣੇ ਗਲਵੇ ਕੰਠ ਤੋਂ ਇਸ ਬਾਣੀ ਨੂੰ ਉਚਾਰਨ ਕਰਕੇ ਲਿਖਵਾਇਆ। ਕਿੰਨੀ ਵੱਡੀ ਉੱਚ ਅਵਸਥਾ ਹੋਵੇਗੀ, ਕਿੰਨਾ ਵੱਡਾ ਉੱਚ ਅਵਸਥਾ ਹੋਏਗੀ ਕਿ ਤਦੋਂ ਵੀ ਉਹਨਾਂ ਦੇ ਮੁਖਾਰ ਬਿੰਦ ਤੋਂ ਬਾਣੀ ਨਿਕਲਦੀ ਪਈ ਹੈ। ਔਰ ਪੂਰਾ 1430 ਪੰਨਿਆਂ ਦਾ ਧਾਰਮਿਕ ਗ੍ਰੰਥ ਸਾਡੇ ਸਾਹਮਣੇ ਰੱਖ ਦਿੱਤਾ, ਜਿਸ ਨੂੰ ਗੁਰੂ ਦਾ ਪਦਵੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਸਤਿਕਾਰਦੇ ਹਾਂ। ਅਸਲ ਦੇ ਵਿੱਚ ਜਿਹੜੀ ਗੱਲ ਇਹ ਹੈ ਕਿ ਪੜ੍ਹਨ ਵਾਲੇ ਘੱਟ ਨੇ, ਧਾਰਮਿਕ ਲਿਬਾਸ ਦੇ ਵਿੱਚ ਲੈ ਕੇ ਆਉਣ ਵਾਲੇ ਬਹੁਤੇ ਲੋਕ ਨੇ। ਉਹ ਕਹਿੰਦੇ ਨੇ ਧਾਰਮਿਕ ਲਿਬਾਸ ਜਿਹੜਾ ਇਹਦਾ ਮੁੱਖ ਕਾਰਨ ਇਹ ਹੈ, ਜੇ ਅਸੀਂ ਸਿਰ ਦੇ ਉੱਪਰ ਪੱਗ ਬੰਨ੍ਹਦੇ ਹਾਂ ਤਾਂ ਉਦੋਂ ਵੀ ਇੱਕ ਰੱਬ ਦੀ ਸ਼ੁਰੂ ਤੋਂ ਮਰਿਆਦਾ ਹੈ, ਔਰ ਦੂਜੀ ਗੱਲ ਕੇਸ ਵੀ ਰੱਬ ਦੀ ਮਰਿਆਦਾ ਹੈ। ਜਿਹੜਾ ਕੰਘਾ ਸਾਨੂੰ ਗੁਰੂ ਗੋਬਿੰਦ ਸਿੰਘ ਜੀਆਂ ਨੇ ਦੇ ਦਿੱਤਾ ਉਹ ਇਹਨਾਂ ਦੀ ਸੰਭਾਲ ਵਾਸਤੇ ਹੈ ਕਿ ਇਸ ਸਰੀਰ ਦੇ ਉੱਪਰ ਜੇ ਜਟਾਂ ਬਣ ਗਈਆਂ, ਜੁੜ ਗਏ, ਤੇ ਬੰਦਾ ਤੇ ਇਹਦਾ ਭਾਰ ਨਹੀਂ ਚੱਲ ਸਕੇਗਾ, ਸਿਰ ਦਾ ਕੇਸੀ ਇਸ਼ਨਾਨ ਕਰਨਾ ਬਹੁਤ ਔਖਾ ਹੋ ਜਾਏਗਾ ਇਹਨੂੰ, ਇਸ ਕਰਕੇ ਸਾਨੂੰ ਕੰਘਾ ਦੇ ਦਿੱਤਾ। ਜੇ ਅਸੀਂ ਗੱਲ ਕਰੀਏ ਕਿਰਪਾਨ ਦਿੱਤੀ ਹੈ, ਕਿਰਪਾਨ ਕਿਉਂ ਹੈ? ਧਾਰਮਿਕ ਲਿਬਾਸ ਹੈ, ਠੀਕ ਹੈ, ਇਹ ਲਿਬਾਸ ਵੀ ਹੈ, ਇੱਕ ਸਾਡੀ ਆਤਮ ਜਿਹੜੀ, ਜਿਵੇਂ ਆਪਾਂ ਕਹਿ ਸਕਦੇ ਹਾਂ ਸਾਡੀ ਆਤਮ ਰੱਖਿਆ,
ਆਪਣੀ ਆਪ ਦੀ ਰੱਖਿਆ ਕਰਨ ਵਾਸਤੇ ਸਾਨੂੰ ਦਿੱਤੀ। ਤੇ ਜੇ ਅਸੀਂ ਕਹੀਏ ਵੀ ਗਾਤਰਾ ਜਿਹੜਾ ਗਲ ਦੇ ਵਿੱਚ ਪਾਇਆ, ਇਹ ਕਿਹਦੀ ਕੀ ਮਰਿਆਦਾ ਹੈ? ਇਹ ਗਾਤਰਾ ਕਿਰਪਾਨ ਨੂੰ ਸਪੋਰਟ ਵਾਸਤੇ ਹੈ। ਹੁਣ ਹੱਥ ਦੇ ਵਿੱਚ ਤਾਂ ਅਸੀਂ ਕੰਮ ਫੜ ਕੇ ਕਿਰਪਾਨ ਤਾਂ ਕੰਮ ਨਹੀਂ ਕਰ ਸਕਦੇ, ਜੇ ਹੱਥ ਦੇ ਵਿੱਚ ਕਿਰਪਾਨ ਹੋਏਗੀ ਅਸੀਂ ਕੰਮ ਨਹੀਂ ਨਾ ਕਰ ਸਕਦੇ। ਇਸ ਕਰਕੇ ਇਹ ਗਾਤਰਾ ਜਿਹੜਾ ਉਸ ਕਿਰਪਾਨ ਨੂੰ ਸਪੋਰਟ ਵਾਸਤੇ ਹੈ, ਵੀ ਉਹ ਕਿਰਪਾਨ ਇਸ ਤਰ੍ਹਾਂ ਗਾਤਰੇ ਦੇ ਵਿੱਚ ਪਾਈ ਹੋਵੇਗੀ, ਸੋ ਜਿਸ ਕਰਕੇ ਬੰਦਾ ਕੰਮ ਕਰ ਸਕਦਾ ਹੈ, ਤੁਰ ਫਿਰ ਸਕਦਾ ਹੈ। ਪਰ ਜੇ ਅਸੀਂ ਆਖੀਏ ਵੀ ਜਿਹੜਾ ਗੁੱਟ ਦੇ ਵਿੱਚ ਪਾਇਆ ਹੋਇਆ ਕੜਾ ਹੈ, ਇਹਦੀ ਇੱਕ ਸਾਖੀ ਸੀ ਕਿ ਸ਼ਨੀ ਗ੍ਰਹਿ ਜਿਹੜਾ ਸੀ, ਗੁਰੂ ਸਾਹਿਬ ਜੀ ਨੂੰ ਕਿਸੇ ਪੰਡਤ ਸਾਹਿਬ ਜੀ ਨੇ ਕਹਿ ਦਿੱਤਾ ਸੀ ਵੀ ਤੁਹਾਡੇ ਉੱਪਰ ਸ਼ਨੀ ਦੀ ਕਰੋਪੀ ਹੈ। ਤਦੋਂ ਫਿਰ ਸਿੱਖਾਂ ਨੇ, ਜਿਹੜਾ ਗੁਰੂ ਸਾਹਿਬ ਜੀ ਨੇ ਉਸ ਪੰਡਤ ਜੀ ਨੂੰ ਲੋਹਾ ਦਿੱਤਾ ਸੀ, ਉਹ ਸਿੱਖਾਂ ਨੇ ਲੈ ਆਂਦਾ। ਕਹਿੰਦੇ ਵੀ ਜਿਹੜੀ ਕਰੋਪੀ ਅਸੀਂ ਆਪੇ ਕੱਟ ਲਾਂਗੇ। ਫਿਰ ਉਹ ਲੋਹਾ ਲਿਆ ਕੇ ਇਹਦੇ ਕੜੇ ਬਣਾਏ ਗਏ ਸਨ। ਇਹ ਉਸ ਦੀ ਨਿਸ਼ਾਨੀ ਹੈ ਕਿ ਤੰਤਰ ਮੰਤਰ ਜਿਹੜੇ ਸਾਨੂੰ ਸੰਸਾਰ ਦੇ ਵਿੱਚ ਲੱਗੇ ਹੋਏ ਨੇ, ਉਹ ਸਿੱਖ ਦੇ ਉੱਪਰ ਨਹੀਂ ਪਾਉਂਦੇ ਹਨ। ਇਹ ਕੁਝ ਨਿਸ਼ਾਨੀਆਂ ਜਿਹੜੀਆਂ ਧਾਰਮਿਕ ਲਿਬਾਸ ਬਣ ਗਈਆਂ, ਅਸਲ ਦੇ ਵਿੱਚ ਇਹਦਾ ਕੁਝ ਕਾਰਨ ਸੀ। ਪਰ ਜੇ ਬੰਦਾ ਆਖੀਏ ਵੀ ਨਹੀਂ, ਇਹ ਧਾਰਮਿਕ ਲਿਬਾਸ ਪਹਿਨਾਂਗੇ ਤਾਂ ਹੀ ਰੱਬ ਦੀ ਬੰਦਗੀ ਹੋ ਸਕਦੀ। ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਲਿਬਾਸ ਤਾਂ ਹੈ ਪਰ ਬੰਦਗੀ ਨਹੀਂ ਹੈਗੀ, ਤੇ ਕਈ ਅਨੇਕਾਂ ਲੋਕ ਇਹੋ ਜਿਹੇ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬਾਣੀ ਯਾਦ ਹੈ ਪਰ ਧਾਰਮਿਕ ਲਿਬਾਸ ਨਹੀਂ ਹੈਗਾ। ਗੱਲ ਇੱਥੇ ਪ੍ਰੇਮ ਤੇ ਟੁਕਦੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਕਿਰਪਾਨ ਪਾਲੀ ਬਾਣੀ ਨਾ ਪੜੀ ਤਾਂ ਵੀ ਪ੍ਰੇਮ ਨਹੀਂ ਬਣ ਸਕੇਗਾ, ਪਰ ਜੇ ਬੰਦੇ ਨੇ ਬਾਣੀ ਪੜੀ ਉਹਦੀ ਮਿਹਨਤ ਦਾ ਫਲ ਉਹਨੂੰ ਜ਼ਰੂਰ ਮਿਲੇਗਾ। ਕਿਉਂ? ਕਿਉਂਕਿ ਗੁਰਬਾਣੀ ਨੇ ਕਿਹਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਮਹਾਰਾਜ ਕਹਿੰਦੇ ਨੇ, ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ। ਪ੍ਰਮਾਤਮਾ ਕਿੰਨੀ ਸਮਰੱਥਾ ਵਾਲਾ ਹੈ। ਖਿਨ ਮੈਂ ਥਾਪ ਉਥਾਪਣਾਰਾ। ਥਾਪ ਕਹਿੰਦੇ ਨੇ ਥਾਪਣਾ, ਬਣਾਉਣਾ। ਉਥਾਪਣਾ ਦਾ ਅਰਥ ਹੁੰਦਾ ਹੈ ਖਤਮ ਕਰ ਦੇਣਾ। ਇਹ ਤਾਂ ਰੱਬ ਦੀ ਮਰਜ਼ੀ ਹੈ ਨਾ, ਉਹ ਥਾਪ ਦਵੇ ਤੇ ਖਤਮ ਕਰ ਦੇ। ਅੰਤ ਨਹੀਂ ਕਿਛ ਪਾਰਾ ਵਾਰਾ। ਕਿੰਨੇ ਬੰਦੇ ਲੱਗੇ ਨੇ ਉਸ ਪ੍ਰਮਾਤਮਾ ਜੀ ਦੇ ਅੰਤ ਪਾਉਣ ਵਾਸਤੇ। ਲੋਕ ਭਜੇ ਫਿਰਦੇ ਨੇ ਰੱਬੀਏ ਪ੍ਰਮਾਤਮਾ ਨੂੰ, ਤੇ ਜਦੋਂ ਬੰਦਾ ਹਾਰ ਜਾਂਦਾ ਨਾ, ਉਹ ਕਹਿੰਦੇ ਨਹੀਂ ਪ੍ਰਮਾਤਮਾ ਵਰਗੀ ਕੋਈ ਚੀਜ਼ ਨਹੀਂ ਹੈਗੀ। ਇਹ ਹਾਰੇ ਹੋਏ ਬੰਦੇ ਦੀ ਨਿਸ਼ਾਨੀ ਹੈ, ਜਿਹੜਾ ਬੰਦਾ ਕਹਿ ਦਿੰਦਾ ਨਹੀਂ ਪ੍ਰਮਾਤਮਾ ਵਰਗੀ ਕੋਈ ਚੀਜ਼ ਨਹੀਂ ਹੈਗੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਹੱਥ ਨਾ ਪਹੁੰਚੇ, ਕਹਿੰਦੇ ਨੇ ਅੰਗੂਰਾਂ ਤੱਕ ਹੱਥ ਪਹੁੰਚਿਆ ਨਹੀਂ ਹੈ ਲੂੰਬੜ ਦਾ। ਤੇ ਉਹ ਕਹਿੰਦੇ ਆਖੇ ਤੂੰ ਕੌੜੀ, ਕਹਿੰਦੇ ਨੇ ਹੁਣ ਅੰਗੂਰਾਂ ਤੱਕ ਹੱਥ ਲੂੰਬੜ ਦਾ ਨਹੀਂ ਪਹੁੰਚਿਆ। ਤੇ ਉਹ ਨੂੰ ਪਤਾ ਲੱਗਾ ਵੀ ਹੱਥ ਤਾਂ ਮੇਰਾ ਨਹੀਂ ਪਹੁੰਚਦਾ। ਹੁਣ ਉਹਨੇ ਕੀ ਕਰਨਾ ਸੀ? ਆਪਣੇ ਆਪ ਦੀ ਕਮਜ਼ੋਰੀ ਛਪਾਉਣ ਵਾਸਤੇ ਉਹਨਾਂ ਨੇ ਅੰਗੂਰਾਂ ਦੇ ਵਿੱਚ ਗਲਤੀ ਕੱਢ ਦਿੱਤੀ। ਕਹਿੰਦੇ ਨੇ ਵੀ ਇਹ ਕੌੜੇ ਨੇ, ਮਿੱਠੇ ਨਹੀਂ ਹੈਗੇ। ਕਹਿੰਦੇ ਨੇ ਉਸ ਨੇ ਅੰਗੂਰਾਂ ਦੀ ਗਲਤੀ ਕੱਢ ਦਿੱਤੀ, ਨਹੀਂ ਇਹ ਮਿੱਠੇ ਨਹੀਂ ਹੈਗੇ। ਆਪਣੇ ਅੰਦਰ ਦੀ ਘਾਟ ਨਾ ਦੱਸੀ। ਇਵੇਂ ਸਾਡੇ ਅੰਦਰ ਦੀ ਘਾਟ ਹੈ, ਪਰ ਅਸੀਂ ਕਹਿੰਦੇ ਨੇ ਪ੍ਰਮਾਤਮਾ ਵਰਗੀ ਕੋਈ ਚੀਜ਼ ਹੈਗੀ ਨਹੀਂ ਹੈ, ਰੱਬ ਵਰਗੀ ਕੋਈ ਚੀਜ਼ ਹੈ ਨਹੀਂ ਹੈ। ਪਰ ਕਹਿੰਦੇ ਨੇ ਅੰਤ ਨਾ ਪਾਰਾਵਾਰ। ਤੂੰ ਤਾਂ ਪਾਰਾਵਾਰ ਪਾਉਣ ਵਾਸਤੇ ਤੁਰਿਆ ਸੀ, ਪ੍ਰਮਾਤਮਾ ਨੂੰ ਥੋੜਾ ਪਾਉਣ ਤੁਰਿਆ ਸੀ। ਤੂੰ ਚਾਹੁੰਦਾ ਸੀ ਮੈਂ ਪ੍ਰਮਾਤਮਾ ਦਾ ਅੰਤ ਲੱਭ ਲਵਾਂ, ਕੁਦਰਤ ਦਾ ਅੰਤ ਲੱਭ ਲਵਾਂ, ਪਰ ਤੂੰ ਇਹ ਨਹੀਂ ਆਖਿਆ ਸੀ ਕਿ ਮੈਂ ਪ੍ਰਮਾਤਮਾ ਨੂੰ ਲੱਭ ਲਵਾਂ। ਫਰਕ ਇੰਨਾ ਕੁ ਪੈਂਦਾ ਹੈ ਬਸ ਹੁਕਮ ਮੰਨਣ ਵਾਲੇ ਦਾ। ਇੱਕ ਕਹਿੰਦਾ ਇਹ ਪ੍ਰਮਾਤਮਾ ਦਾ ਪਾਰਾਵਾਰ ਲੱਭਣਾ ਹੈ, ਕਿੱਥੋਂ ਪ੍ਰਮਾਤਮਾ ਸ਼ੁਰੂ ਹੁੰਦਾ ਹੈ ਤੇ ਕਿੱਥੇ ਜਾ ਕੇ ਖਤਮ ਹੁੰਦਾ ਹੈ। ਔਰ ਇੱਕ ਉਹ ਕਹਿੰਦਾ ਹੈ ਕਿ ਮੈਂ ਪ੍ਰਮਾਤਮਾ ਨੂੰ ਲੱਭਣਾ ਹੈ, ਤੇ ਉਹ ਕਹਿੰਦਾ ਦਰਸ਼ਨ ਪਿਆਸੇ ਦਿਨ ਰਾਤ। ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ। ਦਰਸ਼ਨ ਪਿਆਸੇ ਦਿਨ ਰਾਤ। ਜੇ ਬੰਦੇ ਨੂੰ ਪਾਣੀ ਦੀ ਲੱਗੀ ਹੋਵੇ ਪਿਆਸ, ਉਹ ਦਰਿਆ ਕਿੱਥੋਂ ਸ਼ੁਰੂ ਹੁੰਦਾ ਹੈ? ਹੁਣ ਆਖੇ ਮੈਂ ਜਿੱਥੋਂ ਤੱਕ ਇਹਦਾ ਖਾਤਮਾ ਹੁੰਦਾ ਮੈਂ ਉੱਥੇ ਜਾ ਕੇ ਤੱਕਰ ਵੇਖਣਾ ਹੈ ਕਿ ਦਰਿਆ ਕਿੱਥੋਂ ਤੱਕਰ ਫੈਲਿਆ ਹੋਇਆ ਹੈ, ਫਿਰ ਜਾ ਕੇ ਮੈਂ ਪਾਣੀ ਪੀਵਾਂਗਾ। ਤੁਸੀਂ ਆਪ ਸਿਆਣਿਓ, ਉਹ ਬੰਦਾ ਹੁਣ ਜੀਵਤ ਰਹੇਗਾ ਜਾਂ ਮਰ ਜਾਏਗਾ? ਕਿਉਂਕਿ ਪਾਣੀ ਪੀਣ ਨਾਲ ਬੰਦੇ ਦੀ ਜਾਨ ਬਚਦੀ ਹੈ, ਤੇ ਜੇ ਬੰਦਾ ਪਿਆਸਾ ਰਵੇ ਉਹਦਾ ਅੰਦਰਲੀ ਜਿਹੜੀ ਪੋਟ ਕਹਿੰਦੇ ਆ ਉਹ ਸੁੱਕ ਜਾਏਗੀ ਤੇ ਬੰਦਾ ਮਰ ਜਾਏਗਾ। ਸੁੱਕ ਜਾਏਗੀ ਤੇ ਸਵਾਸ ਨਹੀਂ ਆਉਣਗੇ। ਇਸ ਕਰਕੇ ਜੇ ਬੰਦੇ ਨੂੰ ਪਿਆਸ ਲੱਗੀ ਤੇ ਉਹਨੂੰ ਪਾਣੀ ਪੀਣਾ ਪਵੇਗਾ। ਉਹਨੂੰ ਇਹ ਨਹੀਂ ਵੇਖਣਾ ਪਵੇਗਾ ਦਰਿਆ ਹੁੰਦਾ, ਦਰਿਆ ਦਾ ਮੈਂ ਉਰਲਾ ਜਾਂ ਪਰਲਾ ਪਾਸਾ ਲੱਭ ਲਵਾਂ, ਲੱਭਾਂ ਕਿ ਕਿੱਥੋਂ ਤੱਕ ਫੈਲਿਆ ਹੋਇਆ ਹੈ। ਇਵੇਂ ਹੀ ਪਿਆਸ ਜਿਹੜੀ ਹੈ ਰੱਬ ਦੇ ਨਾਮ ਦੀ ਹੋਵੇ ਤੇ ਬੰਦਾ ਰੱਬ ਦੇ ਨਾਮ ਨੂੰ ਪ੍ਰਾਪਤ ਕਰੇਗਾ। ਇਹ ਨਹੀਂ ਵੇਖੇਗਾ ਵੀ ਨਾਮ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਖਤਮ ਹੁੰਦਾ ਹੈ। ਸੋ ਇੰਨਾ ਕੀ ਫਰਕ ਹੈ ਰੱਬ ਦੀ ਬੰਦਗੀ ਕਰਨ ਵਾਲੇ ਦਾ।
ਤੇ ਹਾਰੇ ਹੋਏ ਮਨੁੱਖ ਦਾ, ਨਾਸਤਿਕ ਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਰ ਅਧਰ ਰਹਾਵੇ। ਰੱਬ ਜੀਆਂ ਦੇ ਹੁਕਮ ਦੇ ਵਿੱਚ ਇਹ ਸਾਰਾ ਗਗਨ ਅਸਮਾਨ ਧਰਤੀ ਟਿਕਿਆ ਹੋਇਆ ਹੈ ਤੇ ਰੱਬ ਜੀਆਂ ਦੇ ਹੁਕਮ ਅਨੁਸਾਰ ਇਹ ਸਾਰਾ ਕੁਝ ਨਾਸ਼ ਹੋ ਜਾਏਗਾ। ਉਹਦੀ ਮਰਜ਼ੀ ਹੈ। ਹੁਕਮੇ ਉਪਜੇ ਹੁਕਮ ਸਮਾਵੇ। ਹੁਕਮ ਦੇ ਵਿੱਚ ਹੀ ਪ੍ਰਮਾਤਮਾ ਜੀ ਦੇ ਜੀਵ ਉਪਜਦੇ ਨੇ ਤੇ ਹੁਕਮ ਅੰਦਰ ਸਮਾ ਜਾਂਦੇ ਨੇ ਤੇ ਹੁਕਮ ਦੇ ਵਿੱਚ ਚਲੇ ਜਾਂਦੇ ਨੇ। ਹੁਕਮੇ ਊਚ ਨੀਚ ਵਿਵਹਾਰ। ਹੁਕਮ ਦੇ ਵਿੱਚ ਆ ਉੱਤਮ ਅਤੇ ਨੀਚ ਜਿਹੜੇ ਨੇ ਸੰਸਾਰ ਦੇ ਵਿੱਚ ਜੀਵ ਨੇ ਉਹ ਬਣੇ। ਉੱਤਮ ਤੇ ਨੀਚ ਤੋਂ ਭਾਵ ਇਹ ਹੈ ਕੁਦਰਤ ਦਾ ਇੱਕ ਰੰਗ ਹੈ। ਕੋਈ ਗਰੀਬ ਘਰ ਦੇ ਵਿੱਚ ਚਲਾ ਜਾਂਦਾ ਹੈ, ਕੋਈ ਅਮੀਰ ਘਰ ਦੇ ਵਿੱਚ ਚਲਾ ਜਾਂਦਾ ਹੈ, ਪਰ ਸਤਿਗੁਰੂ ਜੀ ਨੇ ਸਮਰੱਥਾ ਇੰਨੀ ਸਾਰਿਆਂ ਨੂੰ ਦਿੱਤੀ ਹੈ ਕਿ ਬੰਦਾ ਆਪਣੀ ਮਿਹਨਤ ਕਰੇ ਰੱਬ ਦੇ ਹੁਕਮ ਦੇ ਅਨੁਸਾਰ ਤੇ ਉਹ ਬੰਦਾ ਹਮੇਸ਼ਾ ਮਿਹਨਤ ਨੂੰ ਕਰਕੇ ਉੱਚ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ। ਮਹਾਰਾਜ ਕਹਿੰਦੇ ਨੇ ਹੁਕਮੇ ਉਪਜੇ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਵਹਾਰ। ਹੁਕਮੇ ਅਨਕ ਰੰਗ ਪ੍ਰਕਾਰ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਜਿਨਸਾਂ ਦੀ ਮਾਇਆ ਤੋਂ ਭਾਵ ਹੁੰਦਾ ਹੈ। ਗੁਰਬਾਣੀ ਦੇ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਹੁੰਦਾ ਮਾਇਆ, ਇੱਕ ਹੁੰਦਾ ਹੈ ਮਾਇਆ। ਮਾਇਆ ਸ਼ਬਦ ਕਿਰਪਾ ਵਾਸਤੇ ਆਉਂਦਾ ਹੈ ਤੇ ਮਾਇਆ ਸ਼ਬਦ ਕੁਦਰਤ ਵਾਸਤੇ ਆਉਂਦਾ ਹੈ। ਕਈ ਰੰਗਾਂ ਦੀ, ਕਈ ਭਾਂਤਾਂ ਦੀ ਪਰਮਾਤਮਾ ਜੀ ਨੇ ਇਹ ਮਾਇਆ ਦਾ ਪਸਾਰਾ ਪਸਾਰਿਆ। ਪੈਸਾ ਨਹੀਂ, ਮਾਇਆ ਜਾਲ ਸਾਰਾ ਕੁਝ। ਧਰਤੀ ਅਸਮਾਨ, ਰੁੱਖ ਬਿਰਖ, ਜੀਵ ਜੰਤੂ, ਸਾਰਾ ਕੁਝ, ਜੀ ਜੰਤ ਸਭ ਤੇਰਾ ਖੇਲ। ਪਰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਪ੍ਰਮਾਤਮਾ ਜੀ ਦੇ ਹੁਕਮ ਅਨੁਸਾਰ ਅਨੇਕਾਂ ਰੰਗਾਂ ਦੀ, ਅਨੇਕਾਂ ਪ੍ਰਕਾਰਾਂ ਦੀ ਇਹ ਧਰਤੀ ਬਣੀ। ਕਰ ਕਰ ਦੇਖੇ ਆਪਣੀ ਵਡਿਆਈ। ਆਪ ਆਪਣੀ ਵਡਿਆਈ ਕਰ ਕਰਕੇ ਵੇਖਦਾ ਹੈ। ਸਾਰਿਆਂ ਦੇ ਵਿੱਚ ਕਿਸੇ ਦੇ ਵਿੱਚ ਪ੍ਰਮਾਤਮਾ ਜੀ ਨੇ ਬਹੁਤ ਗੁਣ ਸ੍ਰਿਸ਼ਟਕਾ ਦਿੱਤੇ। ਹੁਣ ਜਪਜੀ ਸਾਹਿਬ ਜੀ ਦੇ ਵਿੱਚ ਹੀ ਸ਼ਬਦ ਆਉਂਦਾ ਨਾ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਤਾਣ ਦਾ ਅਰਥ ਕੀ ਹੈ? ਕਿਸੇ ਨੂੰ ਬਹੁਤ ਜ਼ਿਆਦਾ ਸਰੀਰਕ ਤਾਕਤ ਦੇ ਦਿੱਤੀ, ਉਸ ਤਾਕਤ ਨੂੰ ਵੇਖ ਵੇਖ ਕੇ ਪ੍ਰਮਾਤਮਾ ਦੇ ਗੁਣ ਜਾਈ ਜਾਂਦਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਪ੍ਰਮਾਤਮਾ ਜੀ ਦੀਆਂ ਦਾਤਾਂ ਲੈ ਕੇ ਤੇ ਉਸ ਦਾਤ ਨੂੰ ਪ੍ਰਮਾਤਮਾ ਜੀ ਦੀ ਨਿਸ਼ਾਨੀ ਸਮਝ ਕੇ ਰੱਬ ਜੀ ਨੂੰ ਗਾਈ ਜਾਂਦਾ ਹੈ। ਇਹ ਜਪਜੀ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਕਿ ਬੰਦਾ ਹਰੇਕ ਹੁਕਮ ਦੇ ਵਿੱਚ ਹੈ ਔਰ ਹਰੇਕ ਬੰਦਾ ਪ੍ਰਮਾਤਮਾ ਜੀ ਦੀ ਬੰਦਗੀ ਵੱਖ-ਵੱਖ ਤਰੀਕਿਆਂ ਦੇ ਨਾਲ, ਵੱਖ-ਵੱਖ ਢੰਗ ਦੇ ਨਾਲ ਕਰਦਾ ਹੈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਚਾਰ ਦਾ ਅਰਥ ਹੁੰਦਾ ਹੈ ਸੁੰਦਰ। ਰੱਬ ਜੀ ਦੀਆਂ ਸੁੰਦਰ ਵਡਿਆਈਆਂ ਕਰਦਾ ਹੈ ਕੋਈ। ਪ੍ਰਮਾਤਮਾ ਜੀ ਦੀ ਕੁਦਰਤ ਨੂੰ ਵੇਖ ਕੇ, ਪ੍ਰਮਾਤਮਾ ਜੀ ਦੀ ਇਸ ਮਾਇਆ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਮਨੁੱਖ। ਹੋਵੇ ਕਿਸੇ ਤਾਣ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ। ਸਾਰਾ ਸੰਸਾਰ ਪ੍ਰਮਾਤਮਾ ਜੀ ਦੀਆਂ ਵਡਿਆਈਆਂ ਨੂੰ ਵੇਖ ਕੇ ਗਾਉਂਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਰ ਕਰ ਦੇਖੇ ਆਪਣੀ ਵਡਿਆਈ। ਇਸ ਸੰਸਾਰ ਦੇ ਵਿੱਚ ਰੰਗਾਂ ਭਾਤਾਂ ਜਿਨਸਾਂ ਦੀ ਸਤਿਗੁਰੂ ਜੀ ਨੇ ਮਾਇਆ ਬਣਾ ਦਿੱਤੀ। ਇਹ ਸਾਰਾ ਕੁਝ ਕੁਦਰਤ ਬਣਾ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਸਭ ਮੈਂ ਰਿਆ ਸਮਾਈ। ਪ੍ਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਹਰੇਕ ਜ਼ਰੇ ਜ਼ਰੇ ਦੇ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ। ਸਾਰਿਆਂ ਦੇ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ। ਸਾਰਿਆਂ ਦੇ ਵਿੱਚ ਪ੍ਰਮਾਤਮਾ ਵਸਦਾ ਪਿਆ ਹੈ। ਚੀਟੀ ਤੇ ਕੁੰਚਰ ਜਾਂ ਸਥੂਲਾ, ਭਾਵੇਂ ਚਿੱਟੀ, ਚੀਟੀ ਤੋਂ ਅਰਥ ਹੈ ਕੀੜੀ ਤੇ ਕੁੰਚਰ ਦਾ ਅਰਥ ਹੈ ਹਾਥੀ। ਸਾਰਿਆਂ ਦੇ ਵਿੱਚ ਪ੍ਰਮਾਤਮਾ ਜੀ ਦੀ ਜੋਤ ਹੈ। ਕੁੰਚਰ ਚੀਟੀ ਏਕਲ ਕਹਿੰਦੇ ਨੇ। ਇਸੇ ਤਰੀਕੇ ਦੇ ਨਾਲ ਭਾਂਜਨ ਹੈ ਬਹੁ ਨਾਨਾ ਰੇ। ਬੜੇ ਤਰੀਕੇ ਦੇ ਭਾਂਡੇ ਸਾਜੇ ਪ੍ਰਮਾਤਮਾ ਜੀਆਂ ਨੇ। ਕੀਟੀ, ਕੁੰਚਰ, ਹਾਥੀ ਸਭ ਕੁਝ ਪ੍ਰਮਾਤਮਾ ਜੀਆਂ ਨੇ ਸਾਜਿਆ ਹੈ ਔਰ ਸਾਰਿਆਂ ਦੇ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ। ਹਰੇਕ ਦੇ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ। ਜਲ ਦੇ ਵਿੱਚ ਵੀ, ਥਲ ਦੇ ਵਿੱਚ ਵੀ। ਇਹਦਾ ਸ਼ਲੋਕ ਦਾ ਜਿਹੜਾ ਭਾਵ ਸੀਗਾ ਇਹ ਅਸ਼ਟਪਦੀ ਦੇ ਵਿੱਚ ਜਦੋਂ ਆਪਾਂ ਕੱਲ ਸ਼ਲੋਕ ਵਿਚਾਰਿਆ ਸੀ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਅਸ਼ਟਪਦੀਆਂ ਪੜ੍ਹਦੇ ਹਾਂ, ਤੇ ਸਾਨੂੰ ਸ਼ਲੋਕ ਦਾ ਜਿਹੜਾ ਭਾਵ ਹੈ ਨਾ ਉਹ ਅਸ਼ਟਪਦੀ ਦੇ ਵਿੱਚ ਲੱਭਣਾ ਪੈਂਦਾ ਹੈ। ਸ਼ਲੋਕ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪ੍ਰਮਾਤਮਾ ਕਿਹੜੇ ਗੁਣਾਂ ਦਾ ਵਾਸਾ ਹੈ, ਕਿੱਥੇ ਕਿੱਥੇ। ਹੁਣ ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰ ਇਹ ਨਮਹਿ, ਸ੍ਰੀ ਗੁਰਦੇਵ ਇਹ ਨਮਹਿ। ਇਹ ਨਮਹਿ ਤੋਂ ਭਾਵ ਹੈ ਕਿ ਉਹਨੂੰ ਨਮਸਕਾਰ ਹੈ।
ਉਹਨੂੰ ਨਮਸਕਾਰ ਹੈ। ਹੁਣ ਨਮਸਕਾਰ ਸ਼ਲੋਕ ਦੇ ਵਿੱਚ ਤਾਂ ਦਿੱਤੀ ਨਮਸਕਾਰ, ਪਰ ਕਿਉਂ ਕਰਨੀ ਨਮਸਕਾਰ ਇਹ ਸਾਨੂੰ ਅਸ਼ਟਪਦੀ ਦੇ ਵਿੱਚੋਂ ਪਤਾ ਲੱਗਦਾ ਹੈ। ਪ੍ਰਭ ਕੇ ਸਿਮਰਨ ਗਰਭ ਨਾ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ। ਇਸ ਕਰਕੇ ਅਸੀਂ ਉਹਨੂੰ ਨਮਸਕਾਰ ਕਰਨੀ ਹੈ, ਕਿਉਂਕਿ ਉਹਦਾ ਜਾਪ ਕਰਨ ਦੇ ਨਾਲ ਦੁਸ਼ਮਣ ਟਰ ਜਾਂਦੇ ਨੇ, ਉਹਦੀ ਬੰਦਗੀ ਕਰਨ ਦੇ ਨਾਲ ਦੁੱਖ ਕਲੇਸ਼ ਜਾਂਦੇ ਨੇ, ਉਹਦੀ ਬੰਦਗੀ ਕਰਨ ਦੇ ਨਾਲ ਮੌਤ ਦਾ ਭੈ ਨਹੀਂ ਵਿਆਪਦਾ। ਇਸ ਕਰਕੇ ਉਹਨੂੰ ਨਮਸਕਾਰ ਹੈ। ਕਿ ਇਸੇ ਤਰੀਕੇ ਦੇ ਨਾਲ ਜਿਹੜਾ ਸ਼ਲੋਕ ਹੈ 11ਵਾਂ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ, ਤੇ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਕਿ ਹੁਕਮੇ ਊਚ ਨੀਚ ਵਿਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਸਾਰਾ ਕੁਝ ਹੀ ਹੁਕਮ ਦੇ ਵਿੱਚ ਹੈ। ਕਰਨ ਕਾਰਨ ਪ੍ਰਭ ਏਕ ਹੈ। ਅਸੀਂ ਵੀ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਘੱਟੋ ਘੱਟ ਇੰਨੀ ਤਾਂ ਸਾਡੇ ਉੱਪਰ ਕਿਰਪਾ ਕਰ ਦਿਓ ਕਿ ਅਸੀਂ ਤੁਹਾਡੀ ਬਾਣੀ ਨੂੰ ਪੜ੍ਹ ਸਕੀਏ। ਪ੍ਰੇਮ ਕਰਦਾ ਹੈ ਤੂੰ ਨਹੀਂ ਕਰਦਾ ਇਸ ਬਾਰੇ ਸਾਨੂੰ ਨਹੀਂ ਪਤਾ, ਇਹ ਤਾਂ ਤੇਰੀ ਮਰਜ਼ੀ ਹੈ ਕਿ ਤੂੰ ਸਾਡੇ ਨਾਲ ਰੁੱਸਦਾ ਹੈ ਮੰਨਦਾ ਹੈ, ਇਹਦੇ ਵਿੱਚ ਅਸੀਂ ਸਾਡਾ ਕੋਈ ਜ਼ੋਰ ਨਹੀਂ ਹੈਗਾ। ਪਰ ਇੰਨੀ ਕੁ ਕਿਰਪਾ ਕਰ ਦਿਓ ਅਸੀਂ ਤੁਹਾਡੀ ਬਾਣੀ ਨੂੰ ਗਾ ਸਕੀਏ, ਪੜ੍ਹ ਸਕੀਏ, ਵਿਚਾਰ ਸਕੀਏ। ਨਾਨਕ ਸਭੇ ਰਿਆ ਸਮਾਈ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵ ਹਰੇ ਕੇਰਾ ਮਨ ਜਿਨੀ ਵਸਾਏ।